ਇਹਨਾਂ ਨੇ ਕੀ ਨਹੀਂ ਕੀਤਾ ਜਦੋਂ ਬਾਦਲਾਂ ਦਾ ਇੱਥੇ ਮੈਂ ਗੁੰਡਾ ਰਾਜ ਕਹੂੰਗਾ ਪੰਜਾਬ ਦੇ ਵਿੱਚ। ਪੂਰੇ ਗੋਲੀਆਂ ਮਾਰ ਉੱਥੇ ਤਸ਼ੱਦਦ ਕਰਕੇ ਜਿਹੜੀ ਸੰਗਤ ਲੜਾਈ ਲੜ ਰਹੀ ਸੀ ਬੇਅਦਬੀ ਦਾ ਇਨਸਾਫ ਲੈਣ ਲਈ, ਉਸ ਸੰਗਤ ਦੇ ਉੱਤੇ ਮੇਰੇ ਵਰਗਿਆਂ ਦੇ ਉੱਤੇ ਇਰਾਦਾ ਕਤਲ ਦੇ ਪਰਚੇ ਪਾਏ। ਫਿਰ ਰਾਤ ਨੂੰ ਘਰਾਂ ਵਿੱਚ ਸਾਡੇ ਛਾਪੇ ਮਾਰੇ ਜਾਂਦੇ ਨੇ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਉਹ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਫੋਰਸ ਲਾਤੀ, ਭਾਈ ਪੰਥਪ੍ਰੀਤ ਸਿੰਘ ਕੇ ਘਰੇ ਫੋਰਸ ਲਾਤੀ, ਦਲੇਰ ਸਿੰਘ ਦਾ ਗੁਰਦੁਆਰਾ ਘੇਰ ਲਿਆ, ਸਾਡੇ ਘਰ ਛਾਪਾ ਮਾਰ ਕੇ। ਮੈਂ ਉਦੋਂ ਘਰ ਨਹੀਂ ਸੀ, ਮੇਰੇ ਪਿਤਾ ਜੀ ਨੂੰ ਕਾਲੇ ਪੀਲੀਏ ਦੀ ਪ੍ਰੋਬਲਮ ਸੀ, ਉਹਨਾਂ ਨੂੰ ਚੁੱਕ ਕੇ ਜੇਲ੍ਹ ਵਿੱਚ ਸੁੱਟਤਾ। ਬੇਸ਼ੱਕ ਮੇਰੇ ਸਾਰੇ ਪਰਿਵਾਰ ਨੂੰ ਆ ਦੇਖ ਲਓ ਜੇਲ੍ਹਾਂ 'ਚ ਡੱਕ ਦਿਓ, ਪਰ ਮੈਂ ਸੱਚ ਬੋਲਣਾ ਨਹੀਂ ਛੱਡਾਂਗਾ। ਐਨ ਤੁਹਾਨੂੰ ਸਬੂਤਾਂ ਸਮੇਤ ਨੰਗੇ ਕਰਾਂਗੇ ਜਿਹੜਾ ਤੁਸੀਂ ਕਰ ਰਹੇ ਹੋ ਇਹ ਕਰਤੂਤਾਂ। ਭਾਈ ਸੁਬੇਗ ਸਿੰਘ ਨੇ ਕਿਹਾ ਸੀ ਜਲਾਦ ਨੂੰ, ਹਮਰੇ ਕਾਰਨ ਗੁਰਕੁਲੇ ਗਵਾਈ, ਹਮ ਕੁਲ ਰਾਖੇ ਕਵਨ ਵਡਾਈ, ਕਿ ਸਾਡੇ ਕਰਕੇ ਗੁਰੂ ਨੇ ਆਪਣਾ ਪਰਿਵਾਰ ਸ਼ਹੀਦ ਕਰਵਾ ਲਿਆ ਤੇ ਮੈਂ ਆਪਣੇ ਬੱਚੇ ਸ਼ਾਹਬਾਜ਼ ਸਿੰਘ ਨੂੰ ਬਚਾਉਣ ਦੀ ਖਾਤਰ ਮੈਂ ਕਿਉਂ ਆਪਣੇ ਬੱਚੇ ਨੂੰ ਸਿੱਖੀ ਤੋਂ ਬੇਮੁਖ ਕਰਾਂ। ਸੰਗਤ ਦੀਆਂ ਅੱਖਾਂ ਵਿੱਚ ਪਾਣੀ ਸੀ। ਸੰਗਤ ਜਿਹੜੀ ਆ ਉਹ ਲੋਕਟ ਤੋੜ ਕੇ ਇਹਨਾਂ ਦੇ ਡੇਰੇ ਵਾਲੇ ਉੱਥੇ ਸੁੱਟ ਗਏ। ਇਹਨਾਂ ਨੇ ਪਹਿਲਾਂ ਤਾਂ ਇਹ ਐਸਐਚਓ ਤੋਂ ਧਮਕੀਆਂ ਦਵਾਈਆਂ ਤੁਹਾਨੂੰ ਫਰੀਦਕੋਟ ਏਰੀਏ 'ਚ ਕਿ ਉੱਥੇ ਦੀਵਾਨ ਨਾ ਆਓ। ਸਾਰਾ ਕੁਝ ਤੁਸੀਂ ਉਹ ਮਰਜ਼ੀ ਬੋਲੀ, ਤੁਹਾਡਾ ਪਤਾ ਨਹੀਂ ਲੱਗਦਾ। ਵੀਰ ਜੀ ਮੇਰੇ ਕੋਲ ਰਿਕਾਰਡਿੰਗ ਹੈ, ਕਮਾਲ ਕਰ। ਤੁਸੀਂ ਹੁਣ ਆਇਓ, ਫਿਰ ਮੇਰੇ ਕਿਤੇ ਲਾਇਓ ਤੇ ਤੁਸੀਂ ਬੋਲਿਓ ਗੱਲ ਤਾਂ ਫਿਰ ਮੈਂ ਦੱਸੂਗਾ ਤੁਹਾਨੂੰ ਕਿ ਮੇਰੇ ਏਰੀਆ। ਠੀਕ ਹੈ ਜੀ, ਠੀਕ ਹੈ ਜੀ। ਜੋ ਸੰਗਤ ਵੀਰੇ ਬਿਨਾਂ ਬੁਲਾਏ ਨਹੀਂ ਆਉਂਦੇ, ਜਦੋਂ ਸੰਗਤ ਬੁਲਾਉਂਦੀ ਸੰਗਤ ਬੁਲਾਉਂਦੀ ਫਿਰ ਜੇ ਤੁਹਾਨੂੰ ਬੇਨਤੀ ਕਰਦੇ ਤੂੰ ਬਾਈ ਜੀ ਤੂੰ ਬਾਤ ਕਰੀ। ਨਾ ਹਾਲਾਂਕਿ ਰਿਪੋਰਟ ਦੇ ਵਿੱਚ ਸੌਦਾ ਸਾਧ ਨੂੰ ਮਾਸਟਰਮਾਈਂਡ ਕਹਿ ਦਿੱਤਾ ਪਰਮਾਰ ਹੋਰਾਂ ਨੇ, ਪਰ ਆਹ ਬਾਦਲ ਕੇ ਟੱਬਰ ਦਾ ਸੌਦਾ ਸਾਧ ਦੇ ਖਿਲਾਫ ਮੂੰਹ ਨਹੀਂ ਖੁੱਲ ਰਿਹਾ। ਤੁਸੀਂ ਇਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਸੁਣ ਕੇ ਦੇਖੋ, ਸੌਦਾ ਸਾਧ ਖਿਲਾਫ ਕੋਈ ਗੱਲ ਨਹੀਂ ਕਰਦੇ। ਮੈਂ ਪੁੱਛਣਾ ਚਾਹੁੰਦਾ ਅਕਾਲੀ ਲੀਡਰਸ਼ਿਪ ਨੂੰ, ਇਮਾਨਦਾਰੀ ਨਾਲ ਦੱਸੋ ਤਾਂ ਸਹੀ, ਜਦੋਂ ਤੁਸੀਂ ਸਾਡੇ ਬੇਕਸੂਰ ਨੌਜਵਾਨਾਂ ਦੇ ਫੜ ਕੇ ਚੱਡੇ ਪਾਰਤੇ, ਉਹਨਾਂ ਤੇ ਕਹਿਰ ਕੀਤਾ, ਤਸ਼ੱਦਦ ਕੀਤਾ, ਫਿਰ ਕਿਹੜੇ ਤਰੀਕੇ ਨਾਲ ਤੁਹਾਡੇ ਤੇ ਭਰੋਸਾ ਕੀਤਾ ਜਾ ਸਕਦਾ ਸੀ? ਜਾਂ ਪੰਜਾਬ ਪੁਲਿਸ ਕਿਹੜੇ ਤਰੀਕੇ ਨਾਲ ਇਨਸਾਫ ਕਰ ਦੇਗੀ? ਕਿਵੇਂ ਇਨਸਾਫ ਕਰਦੀ? ਉਹ ਮਜਬੂਰੀ ਦੇ ਵਿੱਚੋਂ ਕਿਹਾ ਸੀ ਸਭ ਨੇ ਵੀ ਇਹਨਾਂ ਤੋਂ ਮੁੰਡੇ ਬਚਾਓ, ਸਾਡੇ ਬੇਕਸੂਰ ਇਹ ਫੜ ਫੜ ਕੇ ਪਾੜਨ ਲੱਗੇ ਆ। ਕੀ ਕਿੰਨਾ ਕਹਿਰ ਢਾਇਆ। ਗੋਰਾ ਸਿੰਘ ਔਰ ਉਹਨਾਂ ਦੇ ਜਿਹੜੇ ਵਾਈਫ ਨੇ, ਧਰਮ ਪਤਨੀ ਨੇ, ਪੂਰਨ ਗੁਰਸਿੱਖ ਨੇ, ਉਹ ਭੈਣ ਨੇ ਮੈਨੂੰ ਆਫ ਦਾ ਰਿਕਾਰਡ ਦੱਸਿਆ ਕੰਨ ਦੇ ਵਿੱਚ ਕਿ ਕਹਿੰਦੀ ਵੀਰ ਮੈਂ ਤੈਨੂੰ ਕੀ ਦੱਸਾਂ ਕਿ ਮੇਰੇ ਨਾਲ ਕਿਸ ਤਰੀਕੇ ਦਾ ਜਿਸਮਾਨੀ ਤਸ਼ੱਦਦ ਹੋਇਆ। ਉਸ ਦੇ ਮੈਂ ਸ਼ਬਦ ਵਰਤ ਹੀ ਲੈਣਾ, ਉਸ ਦੇ ਗੁਪਤ ਅੰਗਾਂ ਤੱਕ ਨੂੰ ਪੁਲਿਸ ਨੇ ਟਾਰਗੇਟ ਕੀਤਾ, ਉਸ ਦੀ ਬੱਚੇਦਾਨੀ ਤੱਕ ਕੱਢ ਦਿੱਤੀ ਗਈ ਔਰ ਗੋਰਾ ਸਿੰਘ ਨੂੰ ਹੀ ਦੋਸ਼ੀ ਬਣਾ ਦਿੱਤਾ ਸੀ ਇੱਕ ਵਾਰੀ ਤਾਂ ਪੰਜਾਬ ਪੁਲਿਸ ਨੇ ਕਿ ਤੂੰ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਇੱਥੋਂ ਗਾਇਬ ਕੀਤੇ ਨੇ। ਮੈਂ ਬਲਟੋਹਾ ਸਾਹਿਬ ਨੂੰ ਪੁੱਛਣਾ ਚਾਹੁੰਦਾ, ਬਲਟੋਹਾ ਜੀ ਪਹਿਲਾਂ ਤੁਹਾਡੀ ਬੀਬੀ ਜੰਗੀਰ ਕੌਰ ਤਾਂ ਭੱਜ ਗਈ ਸਾਡੇ ਸਵਾਲਾਂ ਤੋਂ। ਜਦੋਂ ਬੀਬੀ ਜੰਗੀਰ ਕੌਰ ਨੂੰ ਮੈਂ ਆਹ 4 ਸਵਾਲ ਪੁੱਛੇ ਸੀਗੇ ਜੀ ਜੌਲੀਆਂ ਪਿੰਡ ਦੇ ਵਿੱਚ, ਮੈਂ 29 ਜੂਨ ਨੂੰ ਸਵਾਲ ਕੀਤੇ, ਬੀਬੀ ਹੱਥ ਬੰਨ ਕੇ ਕਹਿ ਕੇ ਗਈ ਹੈ ਰਿਕਾਰਡਿੰਗਾਂ ਨੇ ਕਿ ਮੈਂ ਤੁਹਾਨੂੰ ਲਿਖਤੀ ਜਵਾਬ ਭੇਜਾਂਗੀ, ਪਰ ਲਿਖਤੀ ਜਵਾਬ ਭੇਜਣ ਦੀ ਥਾਂ ਤੇ 26 ਜੁਲਾਈ 2021 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਤੇ ਖੜ ਕੇ ਕਹਿੰਦੀ ਹੈ ਕਿ ਇਹ ਮਾਝੀ ਸਾਜੀ ਵਰਗੇ ਜਿਹੜੇ ਇਹੋ ਜਿਹੇ ਬੋਲਦੇ ਆ, ਜਿਹੜਾ ਉਸ ਦਿਨ ਬੋਲਦਾ ਸੀ ਮੈਨੂੰ ਸਵਾਲ ਪੁੱਛਦਾ ਸੀ, ਅਸਲ ਦੋਸ਼ੀ ਬੇਅਦਬੀ ਦੇ ਉਹ ਨੇ। ਉਹਨਾਂ ਨੂੰ ਰੋਕਣ ਵਾਸਤੇ ਹਰ ਥਾਂ ਤੇ ਪਹਿਰੇਦਾਰੀ ਕਰੋ। ਉਹ ਜਿਹੜਾ ਦਿਨ ਬੋਲਿਆ ਸੀ ਨਾ ਮਾਂਜੀ ਸਾਂਝੀ ਜਿਹਾ ਜਿਹੜਾ ਵਿੱਚ ਬਾਈਬਲ ਕਲਾ, ਮੈਂ ਕਹਿੰਦੀ ਅਸਲੀ ਦੋਸ਼ੀ ਉਹ ਨੇ ਜਿਹੜਾ ਧਰਨਾ ਦਿੱਤਾ ਸੀ। ਅੱਜ ਤੱਕ ਬੀਬੀ ਜੰਗੀਰ ਕੌਰ ਨੇ ਇਸ ਗੱਲ ਦਾ ਤਾਂ ਜਵਾਬ ਨਹੀਂ ਦਿੱਤਾ। ਇਹ ਪ੍ਰਕਾਸ਼ ਸਿੰਘ ਬਾਦਲ, ਸੁਖਵੀਰ ਬਾਦਲ ਖਾਸ ਤੌਰ ਤੇ ਕੀ ਕਰਦੇ ਆ? ਇਹ ਡਿਊਟੀਆਂ ਲਾਉਂਦੇ ਆ। ਕਦੇ ਬੀਬੀ ਜੰਗੀਰ ਕੌਰ ਦੀ ਡਿਊਟੀ ਲਾਉਂਦੇ ਆ ਕਿ ਸਿੱਖ ਪ੍ਰਚਾਰਕਾਂ ਦਾ ਮੂੰਹ ਬੰਦ ਕਰਾਓ ਮਾਝੀ ਵਰਗਿਆਂ ਦਾ, ਜੇ ਉਹਦੇ ਮਗਰ ਪੈ ਗਏ ਉਹਨੂੰ ਕੋਈ ਜਵਾਬ ਨਹੀਂ ਆਇਆ, ਆਹ ਭੱਜੀ ਫਿਰਦੀ ਹੈ ਇੱਥੇ, ਤਾਂ ਫਿਰ ਹੁਣ ਬਿਰਸਾ ਸਿੰਘ ਬਲਟੋਹੇ ਨੂੰ ਪਾਤਾ, ਉਹ ਸ਼ੇਅਰ ਕਰਦਾ ਪੋਸਟਾਂ ਜਿਹੜੀਆਂ ਕਿ ਬਾਅਦ 'ਚ ਫਿਰ ਡਿਲੀਟ ਕਰਦਾ। ਜਾਂ ਤਾਂ ਲੱਤਾਂ 'ਚ ਦਮ ਰੱਖਣ ਨਾ। ਇਸ ਪੋਸਟ ਨੂੰ ਸ਼ੇਅਰ ਕਰਕੇ ਵਿਰਸਾ ਸਿੰਘ ਬਲਟੋਹਾ ਲਿਖਦਾ ਹੈ ਕਿ ਇਹ ਵਾਕਈ ਸੱਚ ਹੈ? ਜੇ ਸੱਚ ਹੈ ਤਾਂ ਬਹੁਤ ਦੁੱਖ ਦੇਣੀ ਗੱਲ ਹੈ। ਜੇ ਬੇਅਦਬੀ ਘਟਨਾਕ੍ਰਮ ਦਾ ਮਾਸਟਰਮਾਈਂਡ ਗੁਰਮੀਤ ਰਾਮ ਰਹੀਮ ਇਸ ਰਿਪੋਰਟ ਦੇ ਮੁਤਾਬਕ ਹੈ, ਇਹਦੇ ਲਈ ਵੀ ਮੈਂ ਕਹਿੰਦਾ ਬਾਦਲਕਿਆਂ ਨੂੰ ਖੁਸ਼ ਹੋਣ ਦੀ ਕੋਈ ਲੋੜ ਨਹੀਂ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ। ਉਹ ਬਾਦਲਕਿਓ ਜਾਂ ਬਲਟੋਹੇ ਸਲਟੋਹੇ ਜਿਹੜੇ ਇਹ ਤੁਰੇ ਫਿਰਦੇ ਆ,
18 ਅਕਤੂਬਰ ਨੂੰ ਇਕਬਾਲਪ੍ਰੀਤ ਸਿੰਘ ਸੋਹਤਾ ADGP ਪ੍ਰੈਸ ਕਾਨਫਰੰਸ ਕਰ ਦਿੰਦਾ ਕਿ ਬੇਅਦਬੀ ਦੇ ਅਸਲ ਦੋਸ਼ੀ ਲੱਭ ਲਏ। ਸੁਖਵੀਰ ਏਡਾ ਵੱਡਾ ਡਰਾਮੇਬਾਜ਼, ਉਹ ਨਾਢਾ ਸਾਹਿਬ ਗੁਰਦੁਆਰੇ ਮੱਥਾ ਟੇਕਣ ਜਾਂਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰਤੀ, ਬੇਅਦਬੀ ਦੇ ਦੋਸ਼ੀ ਲੱਭ ਲਏ। ਮੈਂ ਕਹਿੰਦਾ ਤੁਸੀਂ ਸੋਚ ਕੇ ਵੇਖੋ ਠੰਮੇ ਨਾਲ, ਏਡਾ ਵੱਡਾ ਧੱਬਾ ਬਾਦਲਾਂ ਨੇ ਸਿੱਖ ਕੌਮ ਦੇ ਮੱਥੇ ਤੇ ਲਾਤਾ ਸੀਗਾ ਕਿ ਇਹ ਤਾਂ ਮਹਾਰਾਜ ਦੀ ਬੇਅਦਬੀ ਵੀ ਆਪ ਕਰਦੇ ਨੇ ਤੇ ਰੌਲਾ ਵੀ ਆਪ ਪਾਉਂਦੇ ਨੇ। ਜੇ ਇਹ ਸਾਬਤ ਹੋ ਜਾਂਦਾ, ਉਸ ਤੋਂ ਬਾਅਦ ਇਹ ਬਾਦਲ ਕੇ ਅੱਜ ਤੱਕ ਵੀ ਸਿੱਖਾਂ ਨੂੰ ਹੀ ਇਸ ਮਸਲੇ ਤੇ ਦੋਸ਼ੀ ਸਾਬਤ ਕਰਨ ਦਾ ਜਿਹੜਾ ਯਤਨ ਹੈ ਉਹ ਕਰ ਰਹੇ। 1 ਜੂਨ ਨੂੰ ਚੋਰੀ ਹੋਇਆ ਸਰ ਸਰੂਪ ਮਹਾਰਾਜ ਦਾ, ਤੇ 4 ਮਹੀਨੇ ਬਾਅਦ ਸਤੰਬਰ ਦੇ ਵਿੱਚ ਜਾ ਕੇ ਉਹਨਾਂ ਨੇ ਵਿਵਾਦਤ ਪੋਸਟਰ ਲਾਤੇ। 12 ਅਕਤੂਬਰ ਨੂੰ ਅੰਕ ਖਿਲਾਰੇ ਗਏ। ਉਦੋਂ ਤੱਕ ਇਹ ਦੱਸ ਸਕਦੇ ਆ ਬਿਰਸਾ ਬਲਟੋਹਾ ਐਂਡ ਕੰਪਨੀ, ਸੁਖਵੀਰ, ਜਿੰਨਾ ਇਹ ਲੁੰਗਲਾਣਾ ਸਾਰਾ ਬਾਦਲ ਕਾ ਬਦਮਾਸ਼ ਟੱਬਰ ਦੱਸ ਸਕਦਾ ਹੈ ਕਿ ਕਿਹੜੇ ਸੌਦਾ ਸਾਧ ਦੇ ਕਿਹੜੇ ਚੇਲਿਆਂ ਦੀ ਤਫਤੀਸ਼ ਕੀਤੀ ਗਈ ਸੀ। ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ, ਬਰਗਾੜੀ ਮੋਰਚੇ ਨੂੰ ਲੈ ਕੇ, ਇਨਸਾਫ ਨੂੰ ਲੈ ਕੇ ਲਗਾਤਾਰਤਾ ਨਾਲ ਜਿਹੜੀ ਇੱਕ ਆਵਾਜ਼ ਉੱਠ ਰਹੀ ਹੈ, ਕੌਮ ਦੇ ਮਸਲੇ ਉਠਾ ਰਹੇ ਨੇ ਭਾਈ ਹਰਜਿੰਦਰ ਸਿੰਘ ਮਾਝੀ ਜੀ ਨੇ, ਜਿਹੜੇ ਸਿੱਖ ਪ੍ਰਚਾਰਕ ਦੇ ਤੌਰ ਦੇ ਉੱਤੇ ਸਾਨੂੰ ਪੂਰੀ ਦੁਨੀਆ ਦੇ ਵਿੱਚ ਵਿਚਰਦੇ ਹੋਏ ਨਜ਼ਰ ਆਉਂਦੇ ਨੇ। ਸਵਾਗਤ ਕਰਦੇ ਹਾਂ ਭਾਈ ਸਾਹਿਬ ਦਾ, ਸਾਂਝ ਪਾਉਂਦੇ ਪਹਿਲਾਂ ਫਤਿਹ ਦੀ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਤੁਸੀਂ ਜਿਹੜੀ ਮੇਰੀ ਇੰਟਰੋ ਹੈ ਸਮਝ ਹੀ ਗਏ ਹੋਵੋਗੇ ਕਿ ਆਪਾਂ ਕਿਸ ਮੁੱਦੇ ਦੇ ਉੱਤੇ ਗੱਲ ਕਰਨੀ ਹੈ। ਕਈ ਸਰਕਾਰਾਂ ਗਈਆਂ, ਨਵੀਂ ਸਰਕਾਰ ਪੰਜਾਬ ਦੇ ਵਿੱਚ ਲੋਕਾਂ ਨੇ ਵੱਡੇ ਬਦਲਾਅ ਦੇ ਤਹਿਤ 92 MLA ਦੇ ਕੇ ਲਿਆਤੀ। ਇਹਨਾਂ ਨੇ ਵੀ ਕਿਹਾ ਸੀਗਾ, ਅਰਵਿੰਦ ਕੇਜਰੀਵਾਲ ਵੀ ਜਦੋਂ ਦਿੱਲੀ ਤੋਂ ਪੰਜਾਬ ਆਉਂਦੇ ਸੀ, ਜਾਂ ਭਗਵੰਤ ਮਾਨ ਜਿਹੜੇ ਮਾਨਯੋਗ ਮੁੱਖ ਮੰਤਰੀ ਨੇ, ਇਹ ਵੀ ਆਪਣੀਆਂ ਸਟੇਜਾਂ ਤੇ ਕਹਿੰਦੇ ਰਹੇ ਕਿ ਬੇਅਦਬੀ ਦਾ ਇਨਸਾਫ ਅਸੀਂ ਮਤਲਬ ਬੜੀ ਜਲਦੀ ਕਰ ਦੇਵਾਂਗੇ। ਇਹਨਾਂ ਦੀ ਆਪਣੀ ਸਰਕਾਰ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਬਾਕਾਇਦਾ ਤੌਰ ਦੇ ਉੱਤੇ ਉਸ ਦੀ ਜਾਂਚ ਕੀਤੀ ਹੈ। ਪਹਿਲਾਂ ਤਾਂ ਜਿਹੜੀ ਤਾਜ਼ੀ ਘਟਨਾ ਵਾਪਰੀ ਹੈ ਕਿ ਕੱਲ੍ਹ ਵਿਧਾਨ ਸਭਾ ਦਾ ਸੈਸ਼ਨ ਖਤਮ ਹੁੰਦਾ, ਉਹ ਸੈਸ਼ਨ ਖਤਮ ਹੋਣ ਸਾਰ ਮੁੱਖ ਮੰਤਰੀ ਸਾਹਿਬ ਕੁਝ ਸਿੱਖ ਸਫਾਂ ਦੇ ਆਗੂਆਂ ਨੂੰ ਸੱਦਦੇ ਆ ਤੇ ਉਹਨਾਂ ਦੇ ਹੱਥ ਇੱਕ ਰਿਪੋਰਟ ਦੇ ਦਿੰਦੇ ਆ ਤੇ ਕਹਿ ਦਿੰਦੇ ਆ ਕਿ ਲਓ ਜੀ ਇਹ ਰਿਪੋਰਟ ਦੇਤੀ ਹੈ ਤੇ ਇਨਸਾਫ ਵੱਲ ਸਾਡਾ ਪਹਿਲਾ ਕਦਮ ਜਿਹੜਾ ਉਹ ਵੱਧ ਗਿਆ ਹੈ। ਕਿਵੇਂ ਜੇ ਦੇਖਦੇ ਹੋ ਜਿਹੜਾ ਸਾਰਾ ਕੁਝ ਕੱਲ੍ਹ ਦੀ ਰਿਪੋਰਟ ਨੂੰ ਧਿਆਨ 'ਚ ਰੱਖਦੇ ਹੋ? ਪ੍ਰਿੰਸ ਜੀ, ਗੱਲ ਇਹ ਹੈ ਕਿ ਦੇਖੋ, ਜਿਹੜੀ ਆਪ ਦੀ ਸਰਕਾਰ ਹੈ, ਜਿਵੇਂ ਆਪ ਜੀ ਨੇ ਜ਼ਿਕਰ ਕੀਤਾ, ਅਰਵਿੰਦ ਕੇਜਰੀਵਾਲ ਆ ਕੇ ਪੰਜਾਬ ਦੇ ਵਿੱਚ ਇਹ ਕਹਿੰਦੇ ਰਹੇ ਨੇ ਕਿ ਅਸੀਂ ਬੇਅਦਬੀ ਦਾ ਜਿਹੜਾ ਇਨਸਾਫ ਹੈ ਉਹ 24 ਘੰਟਿਆਂ ਦੇ ਵਿੱਚ ਦੇ ਦਾਂਗੇ। ਭਾਵੇਂ ਇਹ ਗੱਲਾਂ ਕਹਿਣ ਨੂੰ ਹੁੰਦੀਆਂ ਨੇ, ਇਹਦੇ ਬਾਵਜੂਦ ਅਸੀਂ ਕੋਈ ਇਹਨਾਂ ਤੇ ਸਵਾਲ ਨਹੀਂ ਕੀਤਾ ਵੀ ਚਲੋ ਇਹਨਾਂ ਨੂੰ ਟਾਈਮ ਦਈਏ, ਦੇਖਦੇ ਹਾਂ। ਪਰ ਜਦੋਂ ਵਿਧਾਨ ਸਭਾ ਇਜਲਾਸ ਦੇ ਵਿੱਚ ਜਿਹੜਾ ਬਜਟ ਇਜਲਾਸ ਚੱਲ ਰਿਹਾ, ਜਿਹੜਾ ਲੰਘ ਕੇ ਗਿਆ 2 ਦਿਨ ਪਹਿਲਾਂ, ਇਸ ਇਜਲਾਸ ਦੇ ਸ਼ੁਰੂਆਤ ਵਿੱਚ ਹੀ ਕੁੰਵਰ ਵਿਜੇ ਪ੍ਰਤਾਪ ਸਿੰਘ, ਉਹ ਇਹਨਾਂ ਦਾ ਵਿਧਾਇਕ ਹੈ ਜਿਹਨੇ ਪਿਛਲੇ ਸਮਿਆਂ ਦੇ ਵਿੱਚ ਜਾਂਚ ਕੀਤੀ ਜਦੋਂ ਉਹ SIT ਦੇ ਵਿੱਚ ਸੀਗਾ ਜੀ, ਤਾਂ ਉਸ ਬੰਦੇ ਨੇ ਜਦੋਂ ਆਪ ਜੁਆਇਨ ਕੀਤੀ ਹੈ ਤਾਂ ਪੂਰੇ ਪੰਜਾਬ ਦੇ ਵਿੱਚ ਇਸ਼ਤਿਹਾਰ ਲਾਏ ਗਏ ਆਮ ਆਦਮੀ ਪਾਰਟੀ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਵੱਡੀ ਫੋਟੋ ਲਾ ਕੇ, ਜਿਹਦਾ ਮਤਲਬ ਸੀਗਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਸੁਨੇਹਾ ਦਿੱਤਾ ਗਿਆ ਕਿ ਜਿਹੜਾ ਇਨਸਾਫ ਕਰਨ ਵਾਲਾ ਕੁੰਵਰ ਵਿਜੇ ਪ੍ਰਤਾਪ ਹੈ ਉਹ ਸਾਡੀ ਪਾਰਟੀ 'ਚ ਆ ਗਿਆ ਜੀ, ਤੇ ਜਦੋਂ ਸਾਡੀ ਸਰਕਾਰ ਆ ਗਈ ਤਾਂ ਬੇਅਦਬੀ ਦੇ ਉੱਤੇ ਅਸੀਂ ਇਨਸਾਫ ਕਰਾਂਗੇ। ਪਰ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਜਦੋਂ ਵਿਧਾਨ ਸਭਾ ਦੇ ਵਿੱਚ ਸ਼ੁਰੂਆਤ ਵਿੱਚ ਕਹਿੰਦੇ ਨੇ ਕਿ ਤੁਸੀਂ ਜਿਹੜਾ ਕਾਲ ਇੰਟੈਂਸ਼ਨ ਨੋਟਿਸ ਦਿੰਦੇ ਨੇ ਕਿ ਬੇਅਦਬੀ ਦੇ ਮਸਲੇ ਤੇ ਗੱਲਬਾਤ ਹੋਵੇ, ਜਦੋਂ ਉਤੇ ਕੋਈ ਗੱਲ ਨਹੀਂ ਛਿੜਦੀ, ਆਖਰ ਆਪ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਖੜੇ ਹੋ ਕੇ ਇਹ ਕਹਿਣਾ ਪੈਂਦਾ ਹੈ ਕਿ ਜਾਂ ਤਾਂ 30 ਮਿੰਟ ਵੱਖਰੇ ਰੱਖ ਲਓ, ਇਸ ਬੇਅਦਬੀ ਦੇ ਮਸਲੇ ਤੇ ਡਿਬੇਟ ਹੋ ਜਾਵੇ, ਜਾਂ ਮੈਨੂੰ ਸਿਰਫ 10 ਮਿੰਟ ਦੇ ਦਿਓ ਤੇ ਮੈਂ ਇਸ ਮਸਲੇ ਤੇ ਕੁਝ ਜ਼ਰੂਰੀ ਨੁਕਤੇ ਜਿਹੜੇ ਪੂਰੇ ਲੋਕਾਂ ਦੇ ਔਰ ਇੱਥੇ ਸਦਨ ਦੇ ਵਿਧਾਨ ਸਭਾ ਦੇ ਧਿਆਨ ਵਿੱਚ ਆਉਣਾ ਚਾਹੁੰਦਾ। ਪਰ ਇਸ ਮਸਲੇ ਤੇ ਕੁਲਤਾਰ ਸਿੰਘ ਸੰਧਵਾ ਜਿਹੜੇ ਸਪੀਕਰ ਨੇ ਉਹ ਹਾਂ ਹੂੰ ਵੀ ਨਹੀਂ ਕਰਦੇ, ਕੋਈ ਹੁੰਗਾਰਾ ਹੀ ਨਹੀਂ ਭਰਦੇ, ਕਾਰਵਾਈ ਅੱਗੇ ਚਲਾ ਲੈਂਦੇ। ਮੈਂ ਇਹ ਵੀ ਦੱਸਣਾ ਚਾਹੁੰਦਾ, ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਕਿ ਅਸੀਂ ਜਦੋਂ ਦਰਬਾਰੇ ਖਾਲਸਾ ਜਥੇਬੰਦੀ ਵੱਲੋਂ ਕੋਟਕਪੂਰੇ ਦੇ ਵਿੱਚ ਲਾਹਨਤ ਦਿਵਸ ਮਨਾਉਂਦੇ ਆ, ਉਹਦੇ ਵਿੱਚ ਪਹਿਲੀ ਵਾਰ ਜਦੋਂ ਅਸੀਂ ਮਨਾਇਆ ਸੀ ਤਾਂ ਆਪ ਦੇ ਬਹੁਤ ਸਾਰੇ ਲੀਡਰ, ਜਿਹਦੇ ਵਿੱਚ ਅਮਨ ਅਰੋੜਾ, ਕੁਲਤਾਰ ਸੰਧਵਾ, ਉਦੋਂ ਪਿਰਮਲ ਸਿੰਘ ਧੌਲਾ ਤੇ ਕੁਲਵੰਤ ਸਿੰਘ ਪੰਡੋਰੀ ਤੇ ਜਗਦੇਵ ਸਿੰਘ ਕਮਾਲੂ ਵੀ ਆਪ ਦੇ ਵਿੱਚ ਹੁੰਦੇ ਸੀ। ਇਹ ਸਾਰੇ ਬੰਦੇ
ਹੋਰ ਸਾਰੇ ਆਏ ਸੀਗੇ। ਜੀ। ਔਰ ਮੈਂ ਦੱਸਣਾ ਚਾਹੁੰਦਾ ਕਿ ਜਿੰਨੇ ਵਾਰ ਵੀ ਲਾਹਣਤ ਦਿਹਾੜਾ ਮਨਾਇਆ ਗਿਆ ਜਿਹਦੇ ਵਿੱਚ ਬਾਦਲਾਂ ਨੂੰ ਲਾਹਣਤਾਂ ਪਾਈਆਂ ਜਾਂਦੀਆਂ ਸੀ, ਉਹ ਸਾਰੇ ਦਿਨਾਂ ਦੇ ਵਿੱਚ ਕੁਲਤਾਰ ਸਿੰਘ ਸੰਧਵਾਂ ਉਹ ਬੰਦਾ ਹੈ ਜਿਹੜਾ ਹਰ ਲਾਹਣਤ ਦਿਹਾੜੇ ਤੇ ਪਹੁੰਚਦਾ ਰਿਹਾ ਜੀ। ਸੋ ਮੈਨੂੰ ਇਹ ਲੱਗ ਰਿਹਾ ਹੈ ਕਿ ਭਾਵੇਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਨੇ ਜਾਂ ਭਗਵੰਤ ਮਾਨ ਜੀ ਸੀਐਮ ਨੇ, ਅਸਲ ਵਿੱਚ ਇਹਨਾਂ ਦਾ ਜਿਹੜਾ ਬੌਸ ਹੈ ਉਹ ਤਾਂ ਕੇਜਰੀਵਾਲ ਹੈ। ਕੇਜਰੀਵਾਲ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਨੂੰ ਜਾਂ ਪੰਜਾਬ ਦੀ ਸਰਕਾਰ ਨੂੰ ਸਰਕਾਰ ਵਾਂਗ ਨਹੀਂ ਚੱਲਣ ਦਿੰਦਾ। ਉਹ ਇੱਕ ਸਾਧ ਬਣ ਕੇ ਬੈਠਾ ਹੈ। ਆਮ ਆਦਮੀ ਪਾਰਟੀ ਇੱਕ ਇਸ ਤਰ੍ਹਾਂ ਦਾ ਡੇਰਾ ਹੈ ਜਿਹਦੇ ਵਿੱਚ ਕੇਜਰੀਵਾਲ ਜਿਹਨੂੰ ਥਾਪੜਾ ਦਿੰਦਾ ਹੈ ਉਹ ਕਹਿੰਦਾ ਵੀ ਉਵੇਂ ਹੋਊਗਾ ਜਿਵੇਂ ਮੈਂ ਚਾਹੁੰਦਾ। ਤੁਸੀਂ ਦੇਖੋ ਕੋਈ ਉਹਨਾਂ ਦਾ ਪਾਰਟੀਆਂ ਵਾਲਾ ਸਿਸਟਮ ਹੀ ਹੈ ਨਹੀਂ। ਸੋ ਮੈਨੂੰ ਲੱਗਦਾ ਜਿੰਨਾ ਸਮਾਂ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹ ਕੇਜਰੀਵਾਲ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਨਹੀਂ ਕਰਦੀ, ਜਿਹੜੀ ਆਪ ਦੀ ਪੰਜਾਬ ਲੀਡਰਸ਼ਿਪ ਹੈ, ਉਨਾ ਸਮਾਂ ਇਹਨੇ ਡੱਕਾ ਨਹੀਂ ਤੋੜਨ ਦੇਣਾ। ਤੋ ਇਸ ਲਈ ਇਹ ਬਹੁਤ ਦੁੱਖ ਦੇਣੀਆਂ ਗੱਲਾਂ ਨੇ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਸਮਾਂ ਨਹੀਂ ਦਿੱਤਾ। ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਸਵਾਲ ਕੀਤਾ ਸੀ ਕਿ ਇਹਨਾਂ ਨੇ ਰਿਪੋਰਟ ਪੇਸ਼ ਕਰਤੀ, ਜਥੇਬੰਦੀਆਂ ਨੂੰ ਰਿਪੋਰਟ ਸਮਾ ਦਿੱਤੀ ਆ, ਜਿਹਦੇ ਵਿੱਚ ਮੈਂ ਕਹਿੰਦਾ ਵੀ ਉਹ ਰਿਪੋਰਟ ਜਿੱਥੋਂ ਤੱਕ ਆਈ ਹੈ ਜਿਹਦੇ ਵਿੱਚ ਮੁੱਖ ਸਾਜ਼ਿਸ਼ ਘੜਤਾ ਜਿਹੜਾ ਮਾਸਟਰ ਮਾਈਂਡ ਗੁਰਮੀਤ ਰਾਮ ਰਹੀਮ ਨੂੰ ਦੱਸਿਆ ਗਿਆ। ਇਸ ਗੱਲ ਤੇ ਬੜੀ ਹੈਰਾਨਗੀ ਵਾਲੀ ਗੱਲ ਇਹ ਹੈ ਪ੍ਰਿੰਸ ਜੀ ਕਿ ਤੁਸੀਂ ਬਾਦਲਕਿਆਂ ਨੂੰ ਵੇਖੋ ਕਿਵੇਂ ਤਾੜੀਆਂ ਮਾਰ ਰਹੇ ਨੇ, ਕਿਵੇਂ ਖੁਸ਼ ਹੋ ਰਹੇ ਨੇ। ਹਾਂ, ਕੱਲ ਦੀ ਜਦੋਂ ਰਿਪੋਰਟ ਆਈ ਹੈ ਤਾਂ ਉਹਨਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਕਹਿੰਦੇ ਜੀ ਦੇਖੋ ਤੁਸੀਂ ਸਾਨੂੰ ਦੋਸ਼ੀ ਕਹਿੰਦੇ ਸੀ ਜੀ, ਪਰ ਮੈਂ ਜਿੰਨਾ ਕੁ ਸੁਣਿਆ ਬਾਦਲਾਂ ਦੇ ਮੂੰਹੋਂ ਜਾਂ ਉਹਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਮੂੰਹੋਂ ਇੱਕ ਵਾਰ ਇਹ ਲਫ਼ਜ਼ ਨਹੀਂ ਵਰਤਿਆ ਕਿ ਜੀ ਬੇਅਦਬੀ ਘਟਨਾਕ੍ਰਮ ਦਾ ਮਾਸਟਰ ਮਾਈਂਡ ਤਾਂ ਗੁਰਮੀਤ ਰਾਮ ਰਹੀਮ ਹੈ ਜੀ। ਅਜੇ ਤੱਕ ਵੀ ਉਹ ਸਰਸੇ ਵਾਲੇ ਸਾਧ ਦਾ ਨਾਂ ਨਹੀਂ ਲੈ ਰਹੇ ਜੀ। ਜੇ ਬੇਅਦਬੀ ਘਟਨਾਕ੍ਰਮ ਦਾ ਮਾਸਟਰ ਮਾਈਂਡ ਗੁਰਮੀਤ ਰਾਮ ਰਹੀਮ ਇਸ ਰਿਪੋਰਟ ਦੇ ਮੁਤਾਬਕ ਹੈ, ਇਹਦੇ ਲਈ ਵੀ ਮੈਂ ਕਹਿੰਦਾ ਬਾਦਲਕਿਆਂ ਨੂੰ ਖੁਸ਼ ਹੋਣ ਦੀ ਕੋਈ ਲੋੜ ਨਹੀਂ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ। ਉਹ ਬਾਦਲਕਿਓ ਜਾਂ ਬਲਟੋਹੇ ਸਲਟੋਹੇ ਜਿਹੜੇ ਇਹ ਤੁਰੇ ਫਿਰਦੇ ਆ, ਮੈਂ ਇਹਨਾਂ ਨੂੰ ਕਹਿਣਾ ਸਾਰਿਆਂ ਨੂੰ, ਉਹ ਗੁਰਮੀਤ ਰਾਮ ਰਹੀਮ ਜਿਹਨੇ 2007 ਦੇ ਵਿੱਚ ਸਵਾਂਗ ਰਚਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਅੰਮ੍ਰਿਤ ਦੀ ਨਕਲ ਕਰਕੇ ਜਾਮੇ ਇੰਸਾ ਦਾ ਢੋਂਗ ਰਚਿਆ ਸਲਾਵਤਪੁਰੇ ਦੇ ਵਿੱਚ, ਉਸ ਗੁਰਮੀਤ ਰਾਮ ਰਹੀਮ ਨੂੰ 2012 ਦੀਆਂ ਜਿਹੜੀ 30 ਜਨਵਰੀ 2012 ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਸੀ, ਉਸ ਤੋਂ 5 ਦਿਨ ਪਹਿਲਾਂ 295 ਦੇ ਕੇਸ ਵਿੱਚੋਂ ਬਾਦਲ ਕੇ ਉਹ ਤੁਸੀਂ ਕਢਾਇਆ ਤੇ ਉਹਨੂੰ MSG 2 ਫਿਲਮ ਨੂੰ ਲਾਗੂ ਕਰਨ ਵਾਸਤੇ ਬਿਨਾਂ ਮੰਗਿਆ ਮਾਫੀ ਜਥੇਦਾਰਾਂ ਨੂੰ ਤਲਬ ਕਰਕੇ ਆਪਣੀ ਕੋਠੀ ਦੇ ਵਿੱਚ, ਜਿਹੜਾ ਗਿਆਨੀ ਗੁਰਮੁਖ ਸਿੰਘ ਨੇ ਕਿਹਾ ਔਨ ਰਿਕਾਰਡ, ਉਹਨੂੰ ਤਲਬ ਕਰਕੇ ਤੁਸੀਂ ਮਤਲਬ ਜਥੇਦਾਰਾਂ ਤੋਂ ਬਿਨਾਂ ਮੰਗਿਆ ਮਾਫੀ ਮੰਗਾਈ। ਲੋਕਾਂ ਨੇ ਵਿਰੋਧ ਕੀਤਾ। 90 ਲੱਖ ਤੋਂ ਵੱਧ ਰੁਪਈਆ ਗੁਰੂ ਕੀ ਗੋਲਕ ਚੋਂ ਵਰਤ ਕੇ, ਲਗਭਗ 93 ਲੱਖ ਰੁਪਈਆ, ਇਹ ਇੰਨਾ ਪੈਸਾ ਵਰਤ ਕੇ ਵੀ ਇਹ ਜਿਹੜਾ ਹੈਗਾ ਜਿਹੜੀ ਮਾਫੀ ਹੈ ਉਹ ਜਾਇਜ਼ ਹੈ। ਤੁਸੀਂ ਸੌਦਾ ਸਾਧ ਦੀ ਪੁਸਤ ਪਨਾਹੀ ਕਰਦੇ ਰਹੇ। ਪ੍ਰਿੰਸ ਜੀ ਤੁਸੀਂ ਜਰਨਲਿਸਟ ਹੋ, ਮੈਨੂੰ ਇੱਕ ਗੱਲ ਦੱਸੋ, ਸਰੋਤਿਆਂ ਨੂੰ ਵੀ ਮੈਂ ਬੇਨਤੀ ਕਰਦਾ, ਪੂਰੇ ਵਿਸ਼ਵ ਦੇ ਵਿੱਚ ਕਦੇ ਕਿਸੇ ਫਿਲਮ ਦੀ ਪੋਸਟਰ ਦੀ ਸਿਕਿਉਰਿਟੀ ਹੋਈ ਹੈ ਜੀ ਅੱਜ ਤੱਕ ਕਿਤੇ ਸੁਣਿਆ? ਸਿਰਫ ਪੰਜਾਬ ਦੇ ਵਿੱਚ ਸੌਦਾ ਸਾਧ ਦੀ ਫਿਲਮ ਦੀ ਸਿਕਿਉਰਿਟੀ ਪੰਥਕ ਕਹਾਉਂਦੀ ਸਰਕਾਰ ਦੇ ਮੌਕੇ ਇੱਕ ਇਹਨਾਂ ਦੇ ਪੋਸਟਰ ਦੇ ਆਲੇ ਦੁਆਲੇ 2-2 ਪੁਲਿਸ ਵਾਲੇ ਲਾਏ ਗਏ। ਇਸ ਕਿਸਮ ਦੇ ਇਹ ਬਾਦਲ ਕੇ ਜਿਹੜੇ ਹੈਗੇ ਨੇ, ਜਿਹੜੇ ਅੱਜ ਖੁਸ਼ੀਆਂ ਮਨਾ ਰਹੇ ਨੇ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਤੁਹਾਡੀ ਸਰਕਾਰ ਸੀਗੀ ਜਦੋਂ ਸੌਦਾ ਸਾਧ ਨੇ ਇਹ ਕਹਿੰਦੇ ਜੀ ਵੀ ਆਹ ਸਾਨੂੰ ਜੀ ਜਾਂਚ ਹੀ ਨਹੀਂ ਕਰਨ ਦਿੱਤੀ। 1 ਜੂਨ ਨੂੰ ਚੋਰੀ ਹੋਇਆ ਸਰ ਸਰੂਪ ਮਹਾਰਾਜ ਦਾ, ਤੇ 4 ਮਹੀਨੇ ਬਾਅਦ ਸਤੰਬਰ ਦੇ ਵਿੱਚ ਜਾ ਕੇ ਉਹਨਾਂ ਨੇ ਵਿਵਾਦਤ ਪੋਸਟਰ ਲਾਤੇ। 12 ਅਕਤੂਬਰ ਨੂੰ ਅੰਕ ਖਿਲਾਰੇ ਗਏ। ਉਦੋਂ ਤੱਕ ਇਹ ਦੱਸ ਸਕਦੇ ਆ ਵਿਰਸਾ ਬਲਟੋਹਾ ਐਂਡ ਕੰਪਨੀ ਸੁਖਵੀਰ, ਜਿੰਨਾ ਇਹ ਲੁੰਗਲਾਣਾ ਸਾਰਾ ਬਾਦਲ ਕਾ ਬਦਮਾਸ਼ ਟੱਬਰ ਦੱਸ ਸਕਦਾ ਕਿ ਕਿਹੜੇ ਸੌਦਾ ਸਾਧ ਦੇ ਕਿਹੜੇ ਚੇਲਿਆਂ ਦੀ ਤਫਤੀਸ਼ ਕੀਤੀ ਗਈ ਸੀ। ਬਲਕਿ ਇਹ ਬੰਦੇ ਉਹ ਨੇ ਜਦੋਂ ਸਾਡੇ ਉੱਥੇ ਫੱਟੜ ਕੀਤੇ ਨੌਜਵਾਨ ਕੋਟਕਪੂਰੇ 'ਚ, ਜਦੋਂ ਉੱਥੇ ਗੋਲੀਆਂ ਚਲਾ ਕੇ ਸਾਡੇ ਸ਼ਹੀਦ ਕੀਤੇ, ਉਹ ਫੱਟੜ ਨੌਜਵਾਨ ਜਦੋਂ ਹਸਪੀਟਲਾਂ 'ਚ ਇਲਾਜ ਕਰਾਉਣ ਗਏ, ਉਹਨਾਂ ਨੂੰ ਇਲਾਜ ਨਹੀਂ ਕਰਾਉਣ ਦਿੱਤਾ ਗਿਆ। ਮੈਂ ਤੁਹਾਨੂੰ ਉਹ ਬੰਦੇ ਮਿਲਾ ਸਕਦਾ, ਉਹਨਾਂ ਨੇ ਚੋਰੀਓਂ ਜਾ ਕੇ ਇਲਾਜ ਕਰਵਾਏ ਆਪਣੇ। ਕਿੰਨੇ ਫੱਟੜ ਹੋ ਗਏ। ਔਰ ਇਹਦੇ ਨਾਲ ਜਿਹੜਾ ਉੱਥੇ ਹੋਇਆ, ਉਸ ਤੋਂ ਬਾਅਦ ਜਿਹੜਾ ਸੀਗਾ 14 ਤੋਂ ਬਾਅਦ ਫਿਰ ਇਹਨਾਂ ਨੇ ਇਹ ਬੇਅਦਬੀ ਦੇ ਜਿਹੜੇ ਅਸਲ ਦੋਸ਼ੀ ਨੇ
ਬਾਦਲ ਕਿਆਂ ਨੇ ਉਹਨਾਂ ਨੂੰ ਬਚਾਉਣ ਵਾਸਤੇ ਸਾਡੇ ਬੇਕਸੂਰ ਰੁਪਿੰਦਰ ਜਸਵਿੰਦਰ ਪੰਜ ਗ੍ਰਾਈ ਵਾਲੇ ਉਹ ਦੋਨੇ ਭਰਾ ਉਹਨਾਂ ਨਾਲ ਕਿੱਡਾ ਤਸ਼ੱਦਦ ਹੋਇਆ ਔਰ ਬਾਅਦ ਦੇ ਵਿੱਚ ਪੁਲਿਸ ਨੇ ਮਾਫੀ ਮੰਗੀ, ਉਹਨਾਂ ਨੂੰ ਛੱਡ ਦਿੱਤਾ। ਇਹ ਵੀ ਦੱਸੋ ਸਾਰਾ। ਬਿਲਕੁਲ ਸਰ, ਇਹ 14 ਅਕਤੂਬਰ ਨੂੰ ਗੋਲੀ ਚਲਾ ਕੇ 18 ਅਕਤੂਬਰ ਨੂੰ ਇਕਬਾਲਪ੍ਰੀਤ ਸਿੰਘ ਸੋਹਤਾ ADGP ਪ੍ਰੈਸ ਕਾਨਫਰੰਸ ਕਰ ਦਿੰਦਾ ਕਿ ਬੇਅਦਬੀ ਦੇ ਅਸਲ ਦੋਸ਼ੀ ਲੱਭ ਲਏ। ਸੁਖਵੀਰ ਐਡਾ ਵੱਡਾ ਡਰਾਮੇਬਾਜ਼, ਉਹ ਨਾਢਾ ਸਾਹਿਬ ਗੁਰਦੁਆਰੇ ਮੱਥਾ ਟੇਕਣ ਜਾਂਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰਤੀ, ਬੇਅਦਬੀ ਦੇ ਦੋਸ਼ੀ ਲੱਭ ਲਏ। ਉਹ ਤਾਂ ਸਿੱਖ ਕੌਮ ਖੜ ਗਈ ਫਿਰ ਆਪਣੇ ਸਟੈਂਡ ਤੇ ਜੀ। ਸਾਰੀ ਕੌਮ ਨੇ ਇੱਕਮੁੱਠ ਹੋ ਕੇ ਆਵਾਜ਼ ਬੁਲੰਦ ਕੀਤੀ। HS ਫੂਲਕਾ ਸਾਹਿਬ ਨੇ ਚੰਗੀ ਭੂਮਿਕਾ ਨਿਭਾਈ, ਉਹ ਬਚਾਅ ਹੋ ਗਿਆ। ਮੈਂ ਕਹਿੰਦਾ ਤੁਸੀਂ ਸੋਚ ਕੇ ਵੇਖੋ, ਠੰਮੇ ਨਾਲ ਏਡਾ ਵੱਡਾ ਧੱਬਾ ਬਾਦਲਾਂ ਨੇ ਸਿੱਖ ਕੌਮ ਦੇ ਮੱਥੇ ਤੇ ਲਾਤਾ ਸੀਗਾ ਕਿ ਇਹ ਤਾਂ ਮਹਾਰਾਜ ਦੀ ਬੇਅਦਬੀ ਵੀ ਆਪ ਕਰਦੇ ਨੇ ਤੇ ਰੌਲਾ ਵੀ ਆਪ ਪਾਉਂਦੇ ਨੇ। ਜੇ ਇਹ ਸਾਬਤ ਹੋ ਜਾਂਦਾ, ਉਸ ਤੋਂ ਬਾਅਦ ਇਹ ਬਾਦਲ ਕੇ ਅੱਜ ਤੱਕ ਵੀ ਸਿੱਖਾਂ ਨੂੰ ਹੀ ਇਸ ਮਸਲੇ ਤੇ ਦੋਸ਼ੀ ਸਾਬਤ ਕਰਨ ਦਾ ਜਿਹੜਾ ਯਤਨ ਹੈ ਉਹ ਕਰ ਰਹੇ ਆ। ਮੈਨੂੰ ਇਹ ਦੱਸੋ ਭਾਈ ਸਾਹਿਬ ਕਿ ਇਹਦਾ ਮਤਲਬ, ਜਿਵੇਂ ਤੁਸੀਂ ਹੁਣ ਫੂਲਕਾ ਸਾਹਿਬ ਦਾ ਜ਼ਿਕਰ ਕੀਤਾ, ਇਹ ਤੋਂ ਤਾਂ ਮੈਨੂੰ ਇਹ ਲੱਗ ਰਿਹਾ ਕਿ ਜਿਹੜਾ ਬੰਦਾ ਕੋਈ ਆਮ ਆਦਮੀ ਪਾਰਟੀ ਦੇ ਵਿੱਚ ਲੋਕ ਹੱਕਾਂ ਦੀ, ਪੰਥਕ ਸਫਾਂ ਦੀ ਗੱਲ ਕਰੇਗਾ, ਪੰਥਕ ਮਸਲਿਆਂ ਦੀ ਗੱਲ ਕਰੇਗਾ, ਫੂਲਕਾ ਸਾਹਿਬ ਬਾਹਰ ਨੇ। ਠੀਕ ਹੈ ਜੀ। ਸੁਖਪਾਲ ਸਿੰਘ ਖਹਿਰਾ ਇਸ ਮਾਮਲੇ ਦੀ ਬਹੁਤ ਵੱਡੀ ਪੈਰਵਾਈ ਕਰਦੇ ਰਹੇ ਨੇ, ਜਾਂ ਪੰਜਾਬ ਦੇ ਮਸਲਿਆਂ ਦੀ ਪੈਰਵਾਈ ਕਰਦੇ ਰਹੇ ਨੇ, ਉਹ ਬਾਹਰ ਨੇ। ਕੁੰਵਰ ਵਿਜੇ ਪ੍ਰਤਾਪ ਜਿਹੜੇ ਕਿ ਇਸ ਮਸਲੇ ਦੇ ਉੱਤੇ ਬਹੁਤ ਗੰਭੀਰ ਨਜ਼ਰ ਆਉਂਦੇ ਨੇ ਔਰ ਉਹਨਾਂ ਦੀਆਂ ਕੋਸ਼ਿਸ਼ਾਂ ਜਾਰੀ ਨੇ। ਕੀ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਵੀ ਆਮ ਆਦਮੀ ਪਾਰਟੀ 'ਚੋਂ ਸਾਨੂੰ ਬਾਹਰ ਨਜ਼ਰ ਆਉਣਗੇ ਤੁਹਾਡੇ ਹਿਸਾਬ ਦੇ ਨਾਲ, ਜਿਹੜੇ ਹਿਸਾਬ ਨਾਲ ਇਹਨਾਂ ਦੇ ਰਵੱਈਏ ਚੱਲ ਰਹੇ ਨੇ ਸਾਰਿਆਂ ਦੇ? ਮੈਨੂੰ ਲੱਗਦਾ ਜੀ, ਜਿਸ ਤਰ੍ਹਾਂ ਦੇ ਮਾਹੌਲ ਹੈ, ਜਿਹਨੇ ਪੰਜਾਬ ਦੀ ਗੱਲ ਕਰਨੀ ਹੈ, ਜਿਹਨੇ ਜ਼ਮੀਰ ਦੀ ਗੱਲ ਕਰਨੀ ਹੈ ਜੀ, ਕੇਜਰੀਵਾਲ ਕਿਸੇ ਨੂੰ ਜ਼ਮੀਰ ਦੀ ਗੱਲ ਨਹੀਂ ਕਰਨ ਦਿੰਦਾ। ਮੈਂ ਪੁੱਛਣਾ ਚਾਹੁੰਦਾ, ਜਿਹੜੇ ਆਪ ਦੇ ਭਗਤ ਹੈ, ਧਰਮਵੀਰ ਗਾਂਧੀ ਵਰਗਾ ਵਧੀਆ ਬੰਦਾ, ਤੁਸੀਂ ਦੱਸ ਸਕਦੇ ਹੋ ਉਹਦਾ ਕੀ ਕਸੂਰ ਹੈ? ਉਹ ਬਾਹਰ ਹੈ ਜੀ। ਜਾਂ ਫੂਲਕਾ ਸਾਹਿਬ, ਭਾਵੇਂ ਉਹ ਅਸਤੀਫਾ ਉਹਨਾਂ ਨੇ ਦਿੱਤਾ ਜਦੋਂ ਉਹ ਸੱਜਣ ਕੁਮਾਰ ਦੇ ਮਸਲੇ ਕਰਕੇ, ਜਾਂ ਖਹਿਰੇ ਵਰਗੇ ਬੰਦੇ, ਹੋਰ ਬਹੁਤ ਸਿਆਣੇ ਬੰਦੇ ਜਿਹੜੇ ਸੀ, ਸਾਰੇ ਕੱਢ ਕੇ ਬਾਹਰ ਮਾਰੇ। ਜਿਹੜਾ ਕੇਜਰੀਵਾਲ ਦਾ ਜੈਸਮੈਨ ਬਣ ਕੇ ਰਹੂਗਾ, ਉਹਨੂੰ ਇਹ ਰੱਖਦੇ ਆ, ਮਤਲਬ ਉਹੀ ਡੇਰੇ ਦੀ ਤਰ੍ਹਾਂ ਚਲਾਉਂਦੇ ਆ। ਕੀ ਭਾਈ ਸਾਹਿਬ, ਇਹ ਜਿਹੜੀ ਰਿਪੋਰਟ ਹੈ, ਵਿਧਾਨ ਸਭਾ ਦਾ ਸੈਸ਼ਨ ਖਤਮ ਹੋਇਆ, ਉਸ ਤੋਂ ਘੰਟੇ ਡੇਢ ਬਾਅਦ ਸਾਡੇ ਕੋਲੇ ਮਤਲਬ ਟਵੀਟ ਆ ਜਾਂਦਾ, ਉਸ ਤੋਂ ਬਾਅਦ ਫੋਟੋ ਆ ਜਾਂਦੀ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਸਿੱਖ ਆਗੂਆਂ ਨੂੰ ਬੁਲਾ ਕੇ ਜਾਂ ਸਿੱਖ ਸਭਾ ਦੇ ਲੋਕਾਂ ਨੂੰ ਬੁਲਾ ਕੇ ਰਿਪੋਰਟ ਦਿੱਤੀ। ਕੀ ਇਹ ਰਿਪੋਰਟ ਪਹਿਲਾਂ ਤਿਆਰ ਨਹੀਂ ਸੀਗੀ? ਇਸ ਰਿਪੋਰਟ ਨੂੰ ਵਿਧਾਨ ਸਭਾ 'ਤੇ ਰੱਖਿਆ ਜਾਂਦਾ, ਔਨ ਰਿਕਾਰਡ ਆਉਂਦੀ ਹੈ ਰਿਪੋਰਟ। ਮੈਨੂੰ ਇਹ ਲੱਗ ਰਿਹਾ ਹੈ ਕਿ ਜਦੋਂ ਲੱਗਿਆ ਕੁੰਵਰ ਵਿਜੇ ਪ੍ਰਤਾਪ ਨੂੰ ਸਮਾਂ ਨਹੀਂ ਦਿੱਤਾ, ਇਹਦੇ ਨਾਲ ਵਿਸ਼ਵ ਪੱਧਰ ਤੇ ਆਪ ਸਰਕਾਰ ਦੀ ਬਹੁਤ ਵੱਡੀ ਬਦਨਾਮੀ ਹੋ ਰਹੀ ਸੀ ਕਿ ਕਿੱਡੀ ਬੇਈਮਾਨੀ ਕਰ ਰਹੇ ਆ। ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਰਿਪੋਰਟ ਇਸ ਤਰ੍ਹਾਂ ਸੌਂਪੀ ਆ ਸਾਡੇ ਸਿੱਖ ਆਗੂਆਂ ਨੂੰ, ਜਿਹੜੇ ਸਨਮਾਨਯੋਗ ਨੇ, ਆਪਣੇ ਤੌਰ ਤੇ ਉਹ ਵੀ ਯਤਨ ਕਰ ਰਹੇ ਨੇ, ਤਾਂ ਇਹ ਇੱਕ ਦੱਬਣ ਦੀ ਕੋਸ਼ਿਸ਼ ਕੀਤੀ ਹੈ। ਪਰ ਅਸੀਂ ਕਹਿੰਦੇ ਆ ਜੀ ਕਿ ਚਲੋ ਰਿਪੋਰਟ ਵੀ ਲਾ ਲਓ। ਹੁਣ ਤੱਕ ਕੈਪਟਨ ਵੀ ਐਵੇਂ ਕਰਦਾ ਰਿਹਾ, ਇਹ ਵੀ ਐਵੇਂ ਕਰ ਰਹੇ। ਇਹ ਕਹਿੰਦੇ ਜੀ ਅਸੀਂ ਦੇਖੋ ਐਫਰਟ ਬਹੁਤ ਕਰ ਰਹੇ ਹਾਂ ਬੇਅਦਬੀ ਦੇ ਹੱਲ ਲਈ, ਪਰ ਸਾਨੂੰ ਐਫਰਟ ਨਹੀਂ ਹੁਣ ਚਾਹੀਦੇ, ਦਿਖਾਵੇ ਮਾਤਰ ਐਫਰਟ, ਸਾਨੂੰ ਚਾਹੀਦਾ ਰਿਜ਼ਲਟ ਜੀ। ਉਹ ਰਿਜ਼ਲਟ ਜਿੰਨਾ ਚਿਰ ਨਹੀਂ ਮਿਲਦਾ, ਉਨਾ ਸਮਾਂ ਸਿੱਖਾਂ ਦੇ ਹਿਰਦੇ ਜਿਹੜੇ ਉਹ ਠੰਡੇ ਨਹੀਂ ਹੋ ਸਕਦੇ। ਮੈਂ ਬਿਰਸਾ ਸਿੰਘ ਬਲਟੋਹਾ ਨੂੰ ਪਹਿਲੀ ਗੱਲ ਤਾਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਉਹ ਆਪਣੇ ਆਪ ਨੂੰ ਅਕਾਲੀ ਦਲ ਦੇ ਸੀਨੀਅਰ ਲੀਡਰ ਬਾਦਲ ਕਿਆਂ ਦੇ ਬਹੁਤ ਨੇੜੇ ਸਦਾਉਂਦੇ ਆ ਜੀ। ਬਿਰਸਾ ਸਿੰਘ ਬਲਟੋਹਾ ਜੀ, ਤੁਸੀਂ ਇੱਕੋ ਹੀ ਚੱਜ ਦਾ ਕੰਮ ਕੀਤਾ ਸੀਗਾ, ਜਿਹਦਾ ਮੈਂ ਤੁਹਾਡਾ ਇਸ ਗੱਲੋਂ ਅੱਜ ਵੀ ਸਤਿਕਾਰ ਕਰਦਾ। ਜਦੋਂ ਸੁਮੇਧ ਸੈਣੀ ਨੂੰ DGP ਬਣਾਇਆ ਗਿਆ ਜੀ, ਤਾਂ ਬਿਰਸਾ ਸਿੰਘ ਬਲਟੋਹੇ ਨੇ ਇਹਦਾ ਠੋਕਮਾ ਵਿਰੋਧ ਕੀਤਾ ਸੀ। ਬਲਟੋਹਾ ਸਾਹਿਬ, ਤੁਸੀਂ ਇਮਾਨਦਾਰੀ ਨਾਲ ਦੱਸੋ, ਜਦੋਂ ਤੁਸੀਂ ਸੁਮੇਧ ਸੈਣੀ ਦੇ DGP ਬਣਨ ਦਾ ਵਿਰੋਧ ਕੀਤਾ, ਕੀ ਤੁਹਾਡੀ ਗੱਲ ਬਾਦਲਾਂ ਨੇ ਮੰਨ ਲਈ ਸੀ ਉਦੋਂ? ਅੱਜ ਤੁਸੀਂ ਚਮਚੀਆਂ ਮਾਰਨ ਲੱਗੇ ਹੋ। ਮੇਰੇ ਕੋਲੇ ਸ਼ਾਟ ਭੇਜੇ ਨੇ, ਮੈਨੂੰ ਬਹੁਤ ਸਾਰੇ ਟੈਲੀਫੋਨ ਆਏ ਨੇ ਜੀ। ਕਿਸੇ ਬੰਦੇ ਨੇ ਇਸ ਤਰ੍ਹਾਂ ਦੀ ਪਤਾ ਨਹੀਂ ਫੇਕ ਆਈਡੀ ਕੀ ਆਈਡੀ ਹੈ, ਇਹਦੇ ਉੱਤੇ ਲਿਖ ਦਿੱਤਾ ਕਿ ਬੇਅਦਬੀ ਘਟਨਾਕ੍ਰਮ ਜਿਹੜਾ ਵਾਪਰਿਆ ਉਹਦੇ ਲਈ ਦੋਸ਼ੀ ਹੋਈ ਉਹਨੇ ਨੇ ਮੈਨੂੰ ਕਿਹਾ ਹਰਜਿੰਦਰ ਸਿੰਘ ਮਾਝੀ ਜੀ ਬਿਲਕੁਲ ਇਹਦੇ 'ਚ ਕਿਹਾ ਕਿ ਦੀਵਾਨ ਉਹਨਾਂ ਨੇ ਲਾਤੇ। ਤਾਂ ਤੁਸੀਂ ਦੇਖੋ, ਪਹਿਲੀ ਗੱਲ ਕਿੰਨੀ ਘਟੀਆ ਮਾਨਸਿਕਤਾ ਹੈ ਕਿ ਮੈਂ ਕਹਿੰਦਾ ਮੇਰੀ ਕੋਈ ਔਕਾਤ ਨਹੀਂ, ਪਰ ਸਤਿਗੁਰੂ ਦੀ ਬਾਣੀ, ਵਿਲੱਖਣ ਸਿੱਖ ਇਤਿਹਾਸ, ਅਮੀਰ ਸਿੱਖ ਸੱਭਿਆਚਾਰ ਇੰਨਾ ਮਜ਼ਬੂਤ ਹੈ। ਜੇ ਤੁਸੀਂ ਉਹ ਗੱਲ ਸੰਗਤ ਵਿੱਚ ਰੱਖਦੇ ਹੋ, ਜਿਹੜੇ ਸਾਡੇ ਭੁੱਲੜ ਭੈਣ ਭਰਾ ਇੱਧਰ ਉੱਧਰ ਫਸ ਗਏ ਪਖੰਡੀਆਂ ਦੇ ਚੱਕਰ ਵਿੱਚ, ਉਹ ਛਾਲਾਂ ਮਾਰ ਕੇ ਸਿੱਖੀ 'ਚ ਸ਼ਾਮਲ ਹੁੰਦੇ ਆ। ਹੁਣ ਜਿਹੜੇ ਬੰਦੇ ਨੇ ਆਪਣੇ ਖਿਲਾਫ ਪੋਸਟ ਲਿਖੀ ਹੈ ਜੀ, ਇਸ ਪੋਸਟ ਨੂੰ ਸ਼ੇਅਰ ਕਰਕੇ ਵਿਰਸਾ ਸਿੰਘ ਬਲਟੋਹਾ ਲਿਖਦਾ ਹੈ ਕਿ ਇਹ ਵਾਕਈ ਸੱਚ ਹੈ। ਜੇ ਸੱਚ ਹੈ ਤਾਂ ਬਹੁਤ ਦੁੱਖ ਦੇਣੀ ਗੱਲ ਹੈ। ਤਾਂ ਇਹ ਇੱਕ ਬੜੇ ਤਰੀਕੇ ਦੇ ਨਾਲ ਵਿਰਸਾ ਸਿੰਘ ਬਲਟੋਹਾ ਅੱਜ ਫੇਰ 2015 ਦੇ ਵਿੱਚ ਜਿਵੇਂ ਬਾਦਲ ਕੇ ਚਾਹੁੰਦੇ ਸੀ ਕਿ ਬੇਅਦਬੀਆਂ ਦੇ ਦੋਸ਼ੀ ਸਿੱਖ ਨੇ,
ਅੱਜ 2022 ਚ ਵਿਰਸਾ ਸਿੰਘ ਬਲਟੋਹਾ ਤੁਹਾਡੇ ਉੱਤੇ ਉਂਗਲ ਕਰ ਰਿਹਾ। ਪ੍ਰਚਾਰਕਾਂ ਨੂੰ ਮੈਨੂੰ ਖਾਸ ਤੌਰ ਤੇ ਅੱਜ By name। ਫੇਰ ਬਾਏ ਨੇਮ ਜਿਹੜਾ ਇਹ ਬੇਅਦਬੀ ਦਾ ਦੋਸ਼ੀ ਕਰ ਰਿਹਾ ਸ਼ਾਮਲ ਜਿਹੜਾ ਸਾਬਤ ਕਰਨਾ ਚਾਹੁੰਦਾ। ਮੈਂ ਬਲਟੋਹਾ ਸਾਹਿਬ ਨੂੰ ਪੁੱਛਣਾ ਚਾਹੁੰਦਾ, ਬਲਟੋਹਾ ਜੀ ਪਹਿਲਾਂ ਤੁਹਾਡੀ ਬੀਬੀ ਜੰਗੀਰ ਕੌਰ ਤਾਂ ਭੱਜ ਗਈ ਸਾਡੇ ਸਵਾਲਾਂ ਤੋਂ। ਜਦੋਂ ਬੀਬੀ ਜੰਗੀਰ ਕੌਰ ਨੂੰ ਮੈਂ ਆ 4 ਸਵਾਲ ਪੁੱਛੇ ਸੀਗੇ ਜੀ ਜੌਲੀਆਂ ਪਿੰਡ ਦੇ ਵਿੱਚ, ਮੈਂ 29 ਜੂਨ ਨੂੰ ਸਵਾਲ ਕੀਤੇ, ਬੀਬੀ ਹੱਥ ਬੰਨ ਕੇ ਕਹਿ ਕੇ ਗਈ ਹੈ ਰਿਕਾਰਡਿੰਗਾਂ ਨੇ ਕਿ ਮੈਂ ਤੁਹਾਨੂੰ ਲਿਖਤੀ ਜਵਾਬ ਭੇਜਾਂਗੀ, ਪਰ ਲਿਖਤੀ ਜਵਾਬ ਭੇਜਣ ਦੀ ਥਾਂ ਤੇ 26 ਜੁਲਾਈ 2021 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਤੇ ਖੜ ਕੇ ਕਹਿੰਦੀ ਹੈ ਕਿ ਇਹ ਮਾਝੀ ਸਾਜੀ ਵਰਗੇ ਜਿਹੜੇ ਇਹੋ ਜਿਹੇ ਬੋਲਦੇ ਆ, ਜਿਹੜਾ ਉਸ ਦਿਨ ਬੋਲਦਾ ਸੀ ਮੈਨੂੰ ਸਵਾਲ ਪੁੱਛਦਾ ਸੀ, ਅਸਲ ਦੋਸ਼ੀ ਬੇਅਦਬੀ ਦੇ ਉਹ ਨੇ। ਤਾਂ ਮੈਂ ਉਹਨਾਂ ਨੂੰ ਚੈਲੰਜ ਕੀਤਾ ਕਿ ਬੀਬੀ ਜੀ ਉਮਰ ਦੇ ਲਿਹਾਜ਼ ਨਾਲ ਤੁਸੀਂ ਸਤਿਕਾਰਯੋਗ ਹੋ, ਤੁਸੀਂ ਐਸਜੀਪੀਸੀ ਪ੍ਰਧਾਨ ਹੋ, ਪਰ ਤੁਸੀਂ ਸਾਡੇ ਨਾਲ ਡਿਬੇਟ ਕਰੋ। ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਤੀ ਪੱਤਰ ਦੇ ਕੇ ਆਇਆ ਕਿ ਜਾਂ ਤਾਂ ਬੀਬੀ ਜੰਗੀਰ ਕੌਰ ਝੂਠ ਬੋਲਦੀ ਹੈ ਜਾਂ ਮੈਂ ਦੋਸ਼ੀ ਹਾਂ, ਦੋਨਾਂ ਵਿੱਚੋਂ ਜਿਹੜਾ ਦੋਸ਼ੀ ਸਾਬਤ ਹੁੰਦਾ ਪੰਥਕ ਰਵਾਇਤਾਂ ਮੁਤਾਬਕ ਉਹਨੂੰ ਸਜ਼ਾ ਦਿਓ। ਉਸ ਤੋਂ ਬਾਅਦ ਅਸੀਂ ਆ ਪੋਸਟਰ ਜਿਹੜਾ ਸੀਗਾ ਭੁਲੱਥ ਦੇ ਲੋਕਾਂ ਨੂੰ ਕਿਹਾ ਕਿ ਬੀਬੀ ਨੂੰ ਸਵਾਲ ਪੁੱਛੋ, ਇਹ ਸਾਰਾ ਪੋਸਟਰ ਅਸੀਂ ਬੀਬੀ ਜੰਗੀਰ ਕੌਰ ਦੇ ਘਰੇ ਬੇਗੋਵਾਲ ਫੜਾ ਕੇ ਆਇਆ, ਉਹਨਾਂ ਦੇ ਬੰਦੇ ਘਰੇ ਸੀਗੇ, ਉਹਨਾਂ ਨੂੰ ਫੜਾ ਕੇ ਆਇਆ। ਅੱਜ ਤੱਕ ਬੀਬੀ ਜੰਗੀਰ ਕੌਰ ਨੇ ਇਸ ਗੱਲ ਦਾ ਤਾਂ ਜਵਾਬ ਨਹੀਂ ਦਿੱਤਾ। ਇਹ ਪ੍ਰਕਾਸ਼ ਸਿੰਘ ਬਾਦਲ, ਸੁਖਵੀਰ ਬਾਦਲ ਖਾਸ ਤੌਰ ਤੇ ਕੀ ਕਰਦੇ ਆ, ਇਹ ਡਿਊਟੀਆਂ ਲਾਉਂਦੇ ਆ। ਕਦੇ ਬੀਬੀ ਜੰਗੀਰ ਕੌਰ ਦੀ ਡਿਊਟੀ ਲਾਉਂਦੇ ਆ ਕਿ ਸਿੱਖ ਪ੍ਰਚਾਰਕਾਂ ਦਾ ਮੂੰਹ ਬੰਦ ਕਰਾਓ ਮਾਝੀ ਵਰਗਿਆਂ ਦਾ, ਜੇ ਉਹਦੇ ਮਗਰ ਪੈ ਗਿਆ ਉਹਨੂੰ ਕੋਈ ਜਵਾਬ ਨਹੀਂ ਆਇਆ, ਆ ਭੱਜੀ ਫਿਰਦੀ ਹੈ ਇੱਥੇ, ਤਾਂ ਫਿਰ ਹੁਣ ਬਿਰਸਾ ਸਿੰਘ ਬਲਟੋਹੇ ਨੂੰ ਪਾਤਾ, ਉਹ ਸ਼ੇਅਰ ਕਰਦਾ ਪੋਸਟਾਂ ਜਿਹੜੀਆਂ ਕਿ ਬਾਅਦ ਚ ਫਿਰ ਡਿਲੀਟ ਕਰਦਾ। ਜਾਂ ਤਾਂ ਲੱਤਾਂ 'ਚ ਦਮ ਰੱਖਣ ਨਾ ਵੀ ਜਿਹੜੀ ਗੱਲ ਕਹਿਣੀ ਉਹ ਤੇ ਖੜੋ, ਤੇ ਉਦਾਂ ਟੈਲੀਫੋਨ ਕਰਨਗੇ ਸਾਡੇ ਨਾਲ ਭਾਈ ਸਾਹਿਬ ਵੱਖਰੇ ਬਹਿ ਜਾਓ। ਮੈਂ ਕਹਿੰਦਾ ਜੀ ਉਹਨਾਂ ਨੇ ਇੱਕ ਚੈਨਲ ਦੇ ਉੱਤੇ ਡਿਬੇਟ ਵਿੱਚ ਇਹ ਕਹਿਤਾ ਸੀ ਕਿ ਮੈਂ ਤੁਹਾਨੂੰ 20 ਵਾਰੀ ਕਿਹਾ ਆਪਾਂ ਬਹਿਨੇ ਆ ਇਕੱਠੇ ਹੋ ਕੇ, ਮੈਂ ਨਾਲ ਦੀ ਨਾਲ ਉਹਨਾਂ ਨੂੰ ਜਵਾਬ ਦਿੱਤਾ ਕਿ ਆਪਾਂ ਇਕੱਠੇ ਹੋ ਕੇ ਓਪਨਲੀ ਬੈਠੀਏ, ਸਾਹਮਣੇ ਬੈਠੀਏ। ਕਿਉਂਕਿ ਮੇਰਾ ਕੋਈ ਨਿੱਜੀ ਮਸਲਾ ਥੋੜਾ, ਆ ਸਵਾਲ ਕੋਈ ਮੇਰੇ ਘਰੇਲੂ ਥੋੜਾ ਨੇ, ਇਹ ਤਾਂ ਪੰਥ ਦੇ ਸਵਾਲ ਨੇ, ਪੰਥਕ ਮਸਲਾ ਹੈ। ਇਸ ਲਈ ਇਹ ਜਿੰਨੇ ਸਾਰੇ ਸਾਡੇ ਪਿੱਛੇ ਪਏ ਹੋਏ ਆ ਜੀ, ਪਹਿਲਾਂ ਤੋਂ ਪਏ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 15 ਤੋਂ ਤਾਂ ਇਹ ਮਸਲਾ ਹੈ, ਸਾਰਾ ਧਿਆਨ 'ਚ ਹੈ। ਇਹਨਾਂ ਨੇ ਕੀ ਨਹੀਂ ਕੀਤਾ ਜਦੋਂ ਬਾਦਲਾਂ ਦਾ, ਇੱਥੇ ਮੈਂ ਗੁੰਡਾ ਰਾਜ ਕਹੂੰਗਾ ਪੰਜਾਬ ਦੇ ਵਿੱਚ, ਜਦੋਂ ਇਹਨਾਂ ਦਾ ਗੁੰਡਾ ਰਾਜ ਸੀਗਾ, ਇਹਨਾਂ ਨੇ, ਮੈਂ ਤੁਹਾਨੂੰ ਆ ਭਾਰਦਵਾਜ ਜੀ ਭੇਜ ਦਿੰਦਾ, ਇਹਨਾਂ ਨੇ ਪਹਿਲਾਂ ਤਾਂ ਇਹ ਐਸਐਚਓ ਤੋਂ ਧਮਕੀਆਂ ਦਵਾਈਆਂ ਤੁਹਾਨੂੰ ਫਰੀਦਕੋਟ ਏਰੀਏ 'ਚ ਕਿ ਉੱਥੇ ਦੀਵਾਨ ਨਾ ਆਓ। ਉੱਥੇ ਜਦੋਂ ਆਪਾਂ ਦੀਵਾਨ ਗੁਰੂ ਦੀ ਗੱਲ ਕਰਦੇ ਸੀ, ਸਾਡੇ ਭੁੱਲੜ ਭੈਣ ਭਰਾ ਸੌਦਾ ਸਾਧ ਨੂੰ ਛੱਡ ਕੇ ਸਿੱਖੀ 'ਚ ਜਦੋਂ ਸ਼ਾਮਲ ਹੋ ਰਹੇ ਸੀ, ਇਹਦੀ ਸਭ ਤੋਂ ਵੱਧ ਤਕਲੀਫ ਬਾਦਲ ਪਰਿਵਾਰ ਨੂੰ ਹੋ ਰਹੀ ਸੀ। ਕਿਉਂ? ਕਿਉਂਕਿ ਬਾਦਲ ਤੇ ਸੌਦਾ ਸਾਧ ਦਾ ਗੱਠਜੋੜ ਸੀ। ਸੁਖਵੀਰ ਨੂੰ ਇੱਕ ਇਹੋ ਜਿਹਾ ਬੰਦਾ ਚਾਹੀਦਾ ਜਿਹਦੇ ਆਖੇ ਲੱਗ ਕੇ ਸਾਰੇ ਲੋਕ ਵੋਟਾਂ ਪਾ ਦੇਣ। ਉਹਨੂੰ ਇਹ ਲੱਗਦਾ ਸੀ ਕਿ ਮਾਲਵੇ ਵਿੱਚ ਇਹ ਸੌਦਾ ਸਾਧ ਚੰਗਾ ਹੈ। ਜਦੋਂ ਅਸੀਂ ਸੌਦਾ ਸਾਧ ਦੇ ਡੇਰੇ ਨੂੰ ਸੰਨ ਲਾ ਰਹੇ ਸੀ ਤਾਂ ਇਹਦਾ ਉਹਨਾਂ ਨੂੰ ਇੰਨੀ ਤਕਲੀਫ ਹੁੰਦੀ ਸੀ, ਪਹਿਲਾਂ ਤਾਂ ਐਸਐਚਓ ਨੂੰ ਭੇਜਿਆ ਮਚਾਕੀ ਪਿੰਡ ਦੇ ਵਿੱਚ, ਜਦੋਂ ਮੈਂ ਦੀਵਾਨ ਲਾ ਕੇ ਤੁਰਦਾ ਉਹ ਕਹਿੰਦਾ ਸਾਡੇ ਇਲਾਕੇ 'ਚ ਵੜ ਕੇ ਦਿਖਾਈ। ਇਹ ਧਮਕੀ ਔਨ ਰਿਕਾਰਡ ਪਈ ਹੈ। ਫਿਰ ਇਸ ਤੋਂ ਬਾਅਦ ਇਹਨਾਂ ਨੇ ਬਹੁਤ ਕਹਿਰ ਕੀਤਾ, ਉੱਥੇ ਕੋਟਕਪੂਰੇ ਗੋਲੀਆਂ ਮਾਰ, ਉੱਥੇ ਤਸ਼ੱਦਦ ਕਰਕੇ ਜਿਹੜੀ ਸੰਗਤ ਲੜਾਈ ਲੜ ਰਹੀ ਸੀ ਬੇਅਦਬੀ ਦਾ ਇਨਸਾਫ ਲੈਣ ਲਈ, ਉਸ ਸੰਗਤ ਦੇ ਉੱਤੇ, ਮੇਰੇ ਵਰਗਿਆਂ ਦੇ ਉੱਤੇ ਇਰਾਦਾ ਕਤਲ ਦੇ ਪਰਚੇ ਪਾਏ। ਨਹੀਂ, ਤੁਸੀਂ ਤਾਂ ਇਨਸਾਫ ਲੈਣ ਲਈ ਬੈਠੇ ਹੋ ਤੇ ਇਹ ਪਰਚੇ ਮਤਲਬ ਸੰਗਤ ਦੇ ਉੱਤੇ ਪਏ ਨੇ। ਹਾਂਜੀ ਬਿਲਕੁਲ, ਮੇਰਾ ਖਿਆਲ ਹੈ 25-30 ਜਾਣਿਆਂ ਤੇ ਪਰਚੇ ਪਾਏ, ਉਹਨਾਂ 'ਚ ਮੈਂ ਵੀ ਇੱਕ ਹਾਂ। ਇਰਾਦਾ ਕਤਲ ਦੇ 307 ਦੇ। ਅਸੀਂ ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹਦੇ ਹਾਂ ਤੇ ਸਾਡੇ ਤੇ ਡਾਂਗਾ ਤੇ ਗੋਲੀਆਂ ਚੱਲਦੀਆਂ ਨੇ, ਇਰਾਦਾ ਕਤਲ ਦਾ ਪਰਚਾ ਸਾਡੇ ਤੇ ਪੈਂਦਾ। ਫਿਰ ਰਾਤ ਨੂੰ ਘਰਾਂ ਵਿੱਚ ਸਾਡੇ ਛਾਪੇ ਮਾਰੇ ਜਾਂਦੇ ਨੇ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਉਹ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਫੋਰਸ ਲਾਤੀ, ਭਾਈ ਪੰਥਪ੍ਰੀਤ ਸਿੰਘ ਕੇ ਘਰੇ ਫੋਰਸ ਲਾਤੀ, ਦਲੇਰ ਸਿੰਘ ਦਾ ਗੁਰਦੁਆਰਾ ਘੇਰ ਲਿਆ, ਸਾਡੇ ਘਰ ਛਾਪਾ ਮਾਰ ਕੇ, ਮੈਂ ਉਦੋਂ ਘਰ ਨਹੀਂ ਸੀ, ਮੇਰੇ ਪਿਤਾ ਜੀ ਨੂੰ ਕਾਲੇ ਪੀਲੀਏ ਦੀ ਪ੍ਰੋਬਲਮ ਸੀ, ਉਹਨਾਂ ਨੂੰ ਚੁੱਕ ਕੇ ਜੇਲ੍ਹ ਵਿੱਚ ਸੁੱਟਤਾ। ਇਹ ਜਦੋਂ ਹੁਣ ਤਾਂ ਬਾਦਲ ਕੇ ਹੈ ਹੀ ਕੁਛ ਨਹੀਂ। ਇਹ ਤਾਂ ਅੱਜ ਦੇ ਦੌਰ 'ਚ ਹੋ ਹੀ ਨਹੀਂ ਸਕਦਾ ਜੀ। ਕਾਲੇ ਦੌਰ 'ਚ ਤਾਂ ਸੀ ਚਲੋ ਕਿ ਕੋਈ ਖਾੜਕੂ ਸਿੰਘ ਘਰੇ ਨਹੀਂ ਹੈ ਤੇ ਉਸ ਦੀ ਧੀ ਭੈਣ ਨੂੰ ਚੱਕ ਕੇ ਲੈ ਗਏ, ਮਾਤਾ ਪਿਤਾ ਨੂੰ ਚੱਕ ਕੇ ਲੈ ਗਏ। ਅਜੋਕੇ ਦੌਰ ਦੇ ਵਿੱਚ ਤੁਸੀਂ ਘਰੇ ਨਹੀਂ ਤੇ ਤੁਹਾਡੇ ਬਜ਼ੁਰਗ ਪਿਤਾ ਜੀ ਨੂੰ ਚੱਕ ਕੇ ਲੈ ਗਏ। ਆਹ ਦੇਖੋ ਜੀ ਰਿਕਾਰਡ ਹੈ, ਮੈਂ ਤੁਹਾਨੂੰ ਦਿਖਾਉਣਾ। ਇਹਦੇ ਵਿੱਚ ਮੈਂ ਉਦੋਂ ਫਿਰ ਇਹ ਸਟੇਟਮੈਂਟ ਦਿੱਤੀ ਹੈ, ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ, ਸੰਗਤ ਦੇ ਸਹਿਯੋਗ ਨਾਲ। ਮੇਰੀ ਔਕਾਤ ਨਹੀਂ ਭਾਰਦਵਾਜ ਜੀ ਕਿ ਐਡੇ ਵੱਡੇ ਮਗਰਮੱਛਾਂ ਨੂੰ ਮੈਂ ਕੁਝ ਕਹਾਂ।
ਪਰ ਇਹਨਾਂ ਨੇ ਕੀ ਕੀਤਾ, ਮਾਨਸਿਕ ਟੌਰਚਰ ਕਰ ਰਹੇ ਸੀ ਜੀ। ਕਿ ਵੇਖ ਤੇਰੇ ਪਿਤਾ ਨੂੰ ਬਿਨਾਂ ਗੱਲ ਤੋਂ ਸੀ ਕਾਲੇ ਪੀਲੀਏ ਦੀ ਪ੍ਰੋਬਲਮ ਹੋਣ ਦੇ ਬਾਵਜੂਦ ਜੇਲ੍ਹ 'ਚ ਸੁੱਟਤਾ, ਤੂੰ ਬਦਲ ਜਾ, ਸਿੱਖੀ ਦੀ ਗੱਲ ਕਰਨੀ ਛੱਡ ਦੇ। ਪਰ ਮੈਂ ਉਦੋਂ ਇੱਕ ਸਟੇਟਮੈਂਟ ਗੁਰੂ ਤੇ ਭਰੋਸਾ ਰੱਖ ਕੇ ਦਿੱਤੀ ਸੀ ਕਿ ਬੇਸ਼ੱਕ ਮੇਰੇ ਸਾਰੇ ਪਰਿਵਾਰ ਨੂੰ ਆ ਦੇਖ ਲਓ ਜੇਲ੍ਹਾਂ 'ਚ ਡੱਕ ਦਿਓ, ਪਰ ਮੈਂ ਸੱਚ ਬੋਲਣਾ ਨਹੀਂ ਛੱਡਾਂਗਾ। ਐਨ ਤੁਹਾਨੂੰ ਸਬੂਤਾਂ ਸਮੇਤ ਨੰਗੇ ਕਰਾਂਗੇ ਜਿਹੜਾ ਤੁਸੀਂ ਕਰ ਰਹੇ ਹੋ ਇਹ ਕਰਤੂਤਾਂ। ਸੋ ਇਸ ਕਿਸਮ ਦਾ ਇਹ ਕਹਿਰ ਸਾਡੇ ਤੇ ਲਗਾਤਾਰ ਢਾਉਂਦੇ ਆ। ਅੱਜ ਤੱਕ ਵੀ ਆ ਬਲਟੋਹੇ ਵਰਗੇ ਅੱਜ ਤੱਕ ਵੀ ਉੱਥੇ ਹੀ ਖੜੇ ਆ, ਇਹਨਾਂ ਦਾ ਸਟੈਂਡ ਉਹੀ ਹੈ। 2015 ਵਿੱਚ ਵੀ ਸਿੱਖ ਹੀ ਦੋਸ਼ੀ ਸੀ, ਅੱਜ ਵੀ ਸਿੱਖ ਦੋਸ਼ੀ ਨੇ। ਹਾਲਾਂਕਿ ਰਿਪੋਰਟ ਦੇ ਵਿੱਚ ਸੌਦਾ ਸਾਧ ਨੂੰ ਮਾਸਟਰਮਾਈਂਡ ਕਹਿ ਦਿੱਤਾ ਪਰਮਾਰ ਹੋਰਾਂ ਨੇ, ਪਰ ਆਹ ਬਾਦਲ ਕੇ ਟੱਬਰ ਦਾ ਸੌਦਾ ਸਾਧ ਦੇ ਖਿਲਾਫ ਮੂੰਹ ਨਹੀਂ ਖੁੱਲ ਰਿਹਾ। ਤੁਸੀਂ ਇਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਸੁਣ ਕੇ ਦੇਖੋ, ਸੌਦਾ ਸਾਧ ਖਿਲਾਫ ਕੋਈ ਗੱਲ ਨਹੀਂ ਕਰਦੇ। ਲੋਕੇਟ ਉਤਰੇ ਨੇ ਉਦੋਂ, ਕਹਿੰਦੇ ਉਦੋਂ ਇਹ ਗੱਲ ਬੀਜ ਬਣੀ ਜਾਂ ਇਹ ਗੱਲ ਜੜ ਬਣੀ ਪ੍ਰੇਮੀਆਂ ਦੇ ਮਨਾਂ ਦੇ ਵਿੱਚ ਵੀ ਇਹਨਾਂ ਨੇ ਸਾਡਾ ਗੁਰੂ ਮਿੱਟੀ ਦੇ ਵਿੱਚ ਰੋਲਿਆ, ਕਿਉਂਕਿ ਉਸ ਦੀਆਂ ਫੋਟੋਆਂ ਉਸ ਲੋਕੇਟ ਦੇ ਵਿੱਚ ਲੱਗੀਆਂ ਹੁੰਦੀਆਂ ਨੇ, ਤੇ ਅਸੀਂ ਇਹਨਾਂ ਦਾ ਗੁਰੂ ਰੋਲਾਂਗੇ। ਇਹ ਗੱਲ ਕੀ ਹੈ, ਇਹ ਘਟਨਾ ਕੀ ਹੈ? ਗੱਲ ਇਹ ਹੈ ਵੀਰ ਜੀ, ਬੁਰਜ ਜਵਾਹਰ ਸਿੰਘ ਵਾਲਾ ਤਾਂ ਇੱਕ ਰਿਕਾਰਡ 'ਚ ਆ ਗਿਆ ਪਿੰਡ ਜੀ। ਉਸ ਇਲਾਕੇ ਦੇ ਵਿੱਚ ਜਿੱਧਰੇ ਕਿਤੇ ਦੀਵਾਨ ਲੱਗਦੇ ਸੀ, ਉਹ ਸੰਗਤ ਨੂੰ ਇੰਨਾ ਚੰਗਾ ਲੱਗਦਾ ਸੀ ਗੁਰੂ ਦੀ ਗੱਲ ਜੀ, ਬਾਣੀ ਦੀ ਗੱਲ। ਸਾਡੇ ਭੁੱਲੜ ਭੈਣ ਭਰਾ ਜਿਹੜੇ ਪਖੰਡੀਆਂ ਦੇ ਚੱਕਰਾਂ 'ਚ ਫਸੇ ਹੁੰਦੇ ਸੀਗੇ, ਉਹ ਧਾਗੇ ਤਵੀਤ ਵੀ ਤੋੜ ਕੇ ਸੁੱਟ ਦਿੰਦੇ ਸੀ ਉੱਥੇ ਬੈਠੇ ਬੈਠੇ। ਜੇ ਕਿਸੇ ਨੇ ਲੋਕਟ ਪਾਇਆ ਲਾ ਕੇ, ਇਹ ਨਹੀਂ ਕਿ ਮੈਂ ਕਿਸੇ ਦੇ ਉੱਥੇ ਗਲ 'ਚ ਹੱਥ ਪਾਉਂਦਾ ਸੀ ਕਿ ਤੋੜ ਕੇ ਸੁੱਟਣੇ। ਆਪਾਂ ਗੁਰਬਾਣੀ ਇਤਿਹਾਸ ਵਿਰਸੇ ਦੀ ਗੱਲ ਕਰਦੇ ਸੀ। ਔਰ ਖਾਸ ਤੌਰ ਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਮੈਨੂੰ ਯਾਦ ਹੈ ਕਿ ਭਾਈ ਸੁਬੇਗ ਸਿੰਘ ਤੇ ਸਾਹਬਾਜ਼ ਸਿੰਘ ਦੀ ਸ਼ਹਾਦਤ ਦਾ ਇਤਿਹਾਸ ਉੱਥੇ ਸੁਣਾਇਆ ਸੀ ਜੀ। ਉੱਥੇ ਜਦੋਂ ਮੈਂ ਇਤਿਹਾਸਕ ਬਚਨ ਪੜ੍ਹੇ ਕਿ ਭਾਈ ਸੁਬੇਗ ਸਿੰਘ ਨੇ ਕਿਹਾ ਸੀ ਜਲਾਦ ਨੂੰ, ਹਮਰੇ ਕਾਰਨ ਗੁਰਕੁਲੇ ਗਵਾਈ, ਹਮ ਕੁਲ ਰਾਖੇ ਕਵਨ ਵਡਾਈ, ਕਿ ਸਾਡੇ ਕਰਕੇ ਗੁਰੂ ਨੇ ਆਪਣਾ ਪਰਿਵਾਰ ਸ਼ਹੀਦ ਕਰਵਾ ਲਿਆ, ਤੇ ਮੈਂ ਆਪਣੇ ਬੱਚੇ ਸਾਹਬਾਜ਼ ਸਿੰਘ ਨੂੰ ਬਚਾਉਣ ਦੀ ਖਾਤਰ ਮੈਂ ਕਿਉਂ ਆਪਣੇ ਬੱਚੇ ਨੂੰ ਸਿੱਖੀ ਤੋਂ ਬੇਮੁਖ ਕਰਾਂ। ਸੰਗਤ ਦੀਆਂ ਅੱਖਾਂ ਵਿੱਚ ਪਾਣੀ ਸੀ। ਸੰਗਤ ਜਿਹੜੀ ਆ ਉਹ ਲੋਕਟ ਤੋੜ ਕੇ ਇਹਨਾਂ ਦੇ ਡੇਰੇ ਵਾਲੇ ਉੱਥੇ ਸੁੱਟ ਗਏ। ਬੜੇ ਪਿੰਡਾਂ 'ਚ ਵਾਪਰਿਆ ਸੀ, ਉਹ ਸਾਰੇ ਲੋਕ ਜਾਣਦੇ ਆ, ਲੋਕਲ। ਉੱਦਾਂ ਸੰਗਤ ਨੂੰ ਚੰਗਾ ਲੱਗਦਾ ਸੀ, ਆਜ਼ਾਦੀ ਹੈ, ਜਿਹੜੇ ਪਾਸੇ ਜਿਹੜਾ ਜਾਣਾ ਚਾਹੁੰਦਾ ਬੰਦਾ ਜਾ ਸਕਦਾ। ਉੱਥੇ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਸੀ ਹੁੰਦੀ। ਮੈਂ ਪੁੱਛਣਾ ਚਾਹੁੰਦਾ ਅਕਾਲੀ ਲੀਡਰਸ਼ਿਪ ਨੂੰ, ਇਮਾਨਦਾਰੀ ਨਾਲ ਦੱਸੋ ਤਾਂ ਸਹੀ, ਜਦੋਂ ਤੁਸੀਂ ਸਾਡੇ ਬੇਕਸੂਰ ਨੌਜਵਾਨਾਂ ਦੇ ਫੜ ਕੇ ਚੱਡੇ ਪਾਰਤੇ, ਉਹਨਾਂ ਤੇ ਕਹਿਰ ਕੀਤਾ, ਤਸ਼ੱਦਦ ਕੀਤਾ, ਫਿਰ ਕਿਹੜੇ ਤਰੀਕੇ ਨਾਲ ਤੁਹਾਡੇ ਤੇ ਭਰੋਸਾ ਕੀਤਾ ਜਾ ਸਕਦਾ ਸੀ? ਜਾਂ ਪੰਜਾਬ ਪੁਲਿਸ ਕਿਹੜੇ ਤਰੀਕੇ ਨਾਲ ਇਨਸਾਫ ਕਰ ਦੇਗੀ? ਕਿਵੇਂ ਇਨਸਾਫ ਕਰਦੀ? ਉਹ ਮਜਬੂਰੀ ਦੇ ਵਿੱਚੋਂ ਕਿਹਾ ਸੀ ਸਭ ਨੇ ਵੀ ਇਹਨਾਂ ਤੋਂ ਮੁੰਡੇ ਬਚਾਓ, ਸਾਡੇ ਬੇਕਸੂਰ ਇਹ ਫੜ ਕੇ ਪਾੜਨ ਲੱਗੇ ਆ। ਕੀ ਕਿੰਨਾ ਕਹਿਰ ਢਾਇਆ। ਗੋਰਾ ਸਿੰਘ ਗ੍ਰੰਥੀ ਤੇ ਇੰਨਾ ਤਸ਼ੱਦਦ ਹੋਇਆ। ਹਾਂ, ਜਿਹੜਾ ਜਵਾਹਰ ਸਿੰਘ ਵਾਲਾ, ਮੈਂ ਮਿਲ ਕੇ ਆਇਆ ਸਿੰਘ ਵਾਲੇ ਦਾ, ਉਹਦੀ ਵਾਈਫ ਦੀ ਬੱਚੇ ਦਾ ਨਹੀਂ ਤੱਕ ਪ੍ਰੋਬਲਮ ਆ ਗਈ। ਮੈਂ ਇਹ ਗੱਲ ਕੋਟ ਕਰਦੇ ਆ ਪਿਆਰੇ ਦਰਸ਼ਕੋ ਕਿ ਜਿਹੜੀ ਗੱਲ ਭਾਈ ਸਾਹਿਬ ਕਹਿ ਰਹੇ ਨੇ, ਮੈਂ ਇਸ ਗੱਲ ਨਾਲ ਪੂਰਨ ਤੌਰ ਤੇ ਸਹਿਮਤ ਹਾਂ। ਗੋਰਾ ਸਿੰਘ ਔਰ ਉਹਨਾਂ ਦੇ ਜਿਹੜੇ ਵਾਈਫ ਨੇ, ਧਰਮ ਪਤਨੀ ਨੇ, ਪੂਰਨ ਗੁਰਸਿੱਖ ਨੇ, ਉਹ ਭੈਣ ਨੇ ਮੈਨੂੰ ਆਫ ਦਾ ਰਿਕਾਰਡ ਦੱਸਿਆ ਕੰਨ ਦੇ ਵਿੱਚ ਕਿ ਕਹਿੰਦੀ ਵੀਰ ਮੈਂ ਤੈਨੂੰ ਕੀ ਦੱਸਾਂ ਕਿ ਮੇਰੇ ਨਾਲ ਕਿਸ ਤਰੀਕੇ ਦਾ ਜਿਸਮਾਨੀ ਤਸ਼ੱਦਦ ਹੋਇਆ। ਉਸ ਦੇ ਮੈਂ ਸ਼ਬਦ ਵਰਤ ਹੀ ਲੈਣਾ, ਉਸ ਦੇ ਗੁਪਤ ਅੰਗਾਂ ਤੱਕ ਨੂੰ ਪੁਲਿਸ ਨੇ ਟਾਰਗੇਟ ਕੀਤਾ, ਉਸ ਦੀ ਬੱਚੇਦਾਨੀ ਤੱਕ ਕੱਢ ਦਿੱਤੀ ਗਈ। ਔਰ ਗੋਰਾ ਸਿੰਘ ਨੂੰ ਹੀ ਦੋਸ਼ੀ ਬਣਾ ਦਿੱਤਾ ਸੀ ਇੱਕ ਵਾਰੀ ਤਾਂ ਪੰਜਾਬ ਪੁਲਿਸ ਨੇ ਕਿ ਤੂੰ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਇੱਥੋਂ ਗਾਇਬ ਕੀਤੇ ਨੇ। ਜੀ ਭਾਈ ਸਾਹਿਬ ਪਲੀਜ਼ ਕੰਟੀਨਿਊ। ਬਿਲਕੁਲ ਜੀ, ਇਹ ਇਸ ਕਰਕੇ ਭਾਵੇਂ ਐਸਜੀਪੀਸੀ ਹੈ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਹੈ, ਇਹ ਬਾਦਲ ਮੁਕਤ ਹੋਣਾ ਮੈਂ ਸਮਝਦਾ ਬਹੁਤ ਜ਼ਿਆਦਾ ਜ਼ਰੂਰੀ ਹੈ। 5 ਮੰਤਰੀ ਬਣੇ ਨੇ, ਉਹਨਾਂ ਦੇ ਵਿੱਚੋਂ ਕਿੰਨੇ ਮੰਤਰੀ ਤੁਹਾਨੂੰ ਲੱਗਦਾ ਕਿ ਕਾਬਲ ਨੇ ਪੰਜਾਬ ਨੂੰ ਐਡਰੈਸ ਕਰਨ ਦੇ ਲਈ? ਕੀ ਇਸ ਤੋਂ ਵੱਧ ਕਾਬਲ ਲੋਕ ਹੋਰ ਜਿਤਾ ਕੇ ਲੋਕਾਂ ਨੇ ਨਹੀਂ ਭੇਜੇ ਹੋਏ ਵਿਧਾਨ ਸਭਾ ਦੇ ਵਿੱਚ? ਇਹ ਤਾਂ ਤੁਹਾਨੂੰ ਉੱਥੋਂ ਹੀ ਪਤਾ ਲੱਗ ਜਾਣਾ ਚਾਹੀਦਾ। ਬੜੇ ਕਾਬਲ ਲੋਕ ਨੇ ਜੀ ਜਿਹੜੇ ਭੇਜੇ ਨੇ ਵਿਧਾਨ ਸਭਾ ਦੇ ਵਿੱਚ। ਕਿਸੇ ਦੀ ਕਾਬਲੀਅਤ ਜਿਹੜੀ ਆ ਉਹ ਹੁਣ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਪਤਾ ਲੱਗੂਗੀ। ਸੋ ਮੈਨੂੰ ਲੱਗਦਾ, ਮੈਂ ਤਾਂ ਇਹੀ ਚਾਹੁੰਦਾ, ਮੈਂ ਨਹੀਂ ਸਾਰਿਆਂ ਦੀ ਇੱਛਾ ਇਹ ਹੈ ਕਿ ਸੋਹਣੇ ਢੰਗ ਨਾਲ ਕੰਮ ਕਰਨ, ਕਿਉਂਕਿ ਬੜੀਆਂ ਉਮੀਦਾਂ ਦੇ ਨਾਲ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਚੁਣਿਆ। ਜੇ ਨਹੀਂ ਕਰਦੇ ਫਿਰ ਇਹਨਾਂ ਦਾ ਹਸ਼ਰ ਵੇਖ ਲਓ, ਅੱਜ ਕੈਪਟਨ ਦਾ ਕੀ ਹਸ਼ਰ ਹੈ, ਬਾਦਲ ਦਾ ਕੀ ਹਾਲ ਚਾਲ ਹੈ, ਚੰਨੀ ਹੋਰੀ ਕਿੱਥੇ ਨੇ, ਹਸ਼ਰ ਇਹਨਾਂ ਦਾ ਵੀ ਚੰਗਾ ਨਹੀਂ ਹੋਣਾ। ਬਹੁਤ ਸ਼ੁਕਰੀਆ ਭਾਈ ਸਾਹਿਬ, ਤੁਸੀਂ ਬਹੁਤ ਖੁੱਲ੍ਹ ਕੇ ਗੱਲਬਾਤ ਕੀਤੀ ਔਰ ਇਹ ਮਸਲੇ ਸਾਹਮਣੇ ਆਉਣੇ ਬਹੁਤ ਜ਼ਰੂਰੀ ਸੀ। ਭਾਈ ਹਰਜਿੰਦਰ ਸਿੰਘ ਮਾਝੀ ਹੋਰੀ ਜਿਹੜੇ ਆਪਣੀ ਬੇਬਾਕੀ ਕਰਕੇ ਜਾਣੇ ਜਾਂਦੇ ਆ, ਵਿਸਥਾਰ ਸਹਿਤ ਦੱਸਿਆ ਤੁਸੀਂ। ਜਦੋਂ ਸਾਰੇ ਇੰਟਰਵਿਊ ਨੂੰ ਗੌਰ ਨਾਲ ਸੁਣੋਗੇ ਤੁਹਾਨੂੰ ਪਤਾ ਲੱਗੇਗਾ ਕਿ ਸੱਚ ਦੇ ਰਾਹ ਦੇ ਉੱਤੇ ਚੱਲਣਾ ਸੱਚਮੁੱਚ ਔਖਾ ਕੰਮ ਹੈ। ਪਰਿਵਾਰਾਂ ਦੇ ਉੱਤੇ ਤਸ਼ੱਦਦ ਹੈ, ਸਰਕਾਰੀ ਪ੍ਰੈਸ਼ਰ ਹੈ, ਬਾਹਰੋਂ ਜਿਹੜੇ ਪਾਲੇ ਹੋਏ ਗੁੰਡੇ ਹੁੰਦੇ ਨੇ ਉਹਨਾਂ ਦਾ ਪ੍ਰੈਸ਼ਰ ਹੁੰਦਾ। ਸੋ ਇਹ ਸਾਰੀਆਂ ਗੱਲਾਂ ਬਾਤਾਂ ਦੇ ਵਿੱਚੋਂ ਇੱਕ ਸਵਾਲ ਵਾਰ-ਵਾਰ ਫਿਰ ਉਹੀ, ਮੈਂ ਇਹ ਗੱਲ ਪਹਿਲਾਂ ਵੀ ਕਿਤੇ ਕੋਟ ਕੀਤੀ ਸੀ ਕਿ ਜੂਨ ਮਹੀਨਾ ਕੌਮ ਦੇ ਲਈ ਹਮੇਸ਼ਾ ਬਹੁਤ ਭਾਰੀ ਪੈਂਦਾ ਹੈ।
ਇਹ ਜੂਨ 1984 ਹੀ ਸੀ ਜਦੋਂ ਸਾਡੇ ਨਾਲ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਕੇ ਸਾਡੀ ਕੌਮ ਦੇ ਉੱਤੇ ਤਸ਼ੱਦਦ ਦਾ ਰਾਹ ਪੱਧਰਾ ਕੀਤਾ ਗਿਆ। ਇਹ ਜੂਨ 2015 ਹੀ ਸੀ ਜਦੋਂ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੇ ਜਿਹੜੇ ਇਹ ਚੋਰੀ ਹੁੰਦੇ ਨੇ। ਸੋ ਵੇਖਾਂਗੇ ਹੋਰ ਕਿੰਨੇ ਜੂਨ ਮਹੀਨੇ ਜਿਹੜੇ ਆ ਕੌਮ ਦੇ ਉੱਤੇ ਭਾਰੀ ਪੈਣਗੇ, ਪਰ ਇਨਸਾਫ ਦੀ ਉਮੀਦ ਔਰ ਇਨਸਾਫ ਦੇ ਲਈ ਲੋਕਾਂ ਨੂੰ ਆਪ ਅੱਗੇ ਆਉਣਾ ਪਏਗਾ। ਸਰਕਾਰਾਂ ਦੇ ਉੱਤੇ ਸਿਰਫ ਇਸ ਤਰੀਕੇ ਨਾਲ ਤੁਸੀਂ ਆਪਣਾ ਭਰੋਸਾ ਨਾ ਰੱਖੋ ਕਿ ਸਰਕਾਰ ਆਪਣੇ ਆਪ ਕੋਈ ਕੰਮ ਕਰ ਦੇਗੀ। ਲੋਕਾਂ ਨੂੰ ਅੱਗੇ ਆਉਣਾ ਪਏਗਾ ਔਰ ਆ ਜਿਹੜੇ ਮਸਲੇ ਅੱਜ ਭਾਈ ਮਾਝੀ ਜੀ ਤੋਂ ਆਪਾਂ ਚੱਕੇ ਨੇ, ਇਹ ਮਸਲਿਆਂ ਦਾ ਪਬਲਿਕ ਡੋਮੇਨ ਦੇ ਵਿੱਚ ਜਾਂ ਤੁਹਾਡੇ ਸਾਹਮਣੇ ਆਉਣਾ ਬੇਹੱਦ ਜ਼ਰੂਰੀ ਸੀ। ਹਰ ਅਪਡੇਟ ਦੇ ਲਈ ਬਣੇ ਰਹੋ ਔਨ 에ਅਰ ਦੇ ਨਾਲ। ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।